अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, मुरीद के इलाका में जुल्म और बर्बरियत की एक नई मिसाल कायम कर दी गई। जालिम शौहर ने बीवी को वहशियाना तशद्दुद का निशाना बनाया, उसकी नसों को काटा और शारक काटकर मौत के घाट उतार दिया। उसके पीछे वजूहात हैं क्या? मकतूला 5 बच्चों की मां थी। कत्ल की वारदात कैसे हुई, ये बताएंगे आज के प्रोग्राम तफ्तीशी में। जी उन्हें इत्थों उस तरह मारिया, फिर इत्थे मारिया, सिर ते जिहड़ा ना इस तरह मार के इस तरह बोटियां निकलियां हुण बाहर। इत्थों ना छुरी इस तरह फेरिया, उस तरह फेर के शाह रख जिहड़ी है ना उन्हें वड्डी है। ठीक है, उस तो बाद सिर जिहड़ा सिर दे उत्तों ना सारे इस तरह बोटियां जे पता नहीं उस तरह मारे ने, की कीता बड़ी दर्दी नाल मारिया। उस तो बाद फिर दोवें बाजू जिहड़े ने इन्हां दे उत्ते उस तरह मारे ने। इस जगह ते बड़े बड़े डूंगे टोए पे सन इस जगह ते। नाजरीन, इस वक्त वो वालदा हमारे साथ मौजूद हैं जिसकी बेटी को बेदर्दी के साथ कत्ल कर दिया गया है, और किसी और ने ये कत्ल की वारदात नहीं की बल्कि इन्हीं के दामाद ने अपनी बीवी को बेदर्दी के साथ मौत के घाट उतार दिया। ये क्या मुतालबा करती हैं, क्या कहती हैं, इन्हीं की जुबानी आपको सुनाते हैं। माँ जी, बड़ा अफसोसनाक वाकया है, की हो गया, किवें हो गया सब कुछ? ਇਹ ਪੁੱਤਰਾ ਪਤਾ ਨਹੀਂ ਲੱਗਾ। ਮਾਰਿਆ ਤੀ ਕਿਸੇ ਰਾਈ ਦਿੱਤੀ ਸੀ ਤੇ ਪਹਿਲਾਂ ਰਹਿੰਦਾ ਸੀ ਆਪਣੇ ਬਾਹਰ, ਤੇ ਸਾਲ ਕੁ ਹੋ ਗਿਆ ਘਰ ਗਿਆ, ਲੜਾਈਆਂ ਝਗੜੇ। ਬੇਟੇ ਨੂੰ ਤਾਂ 5-6 ਪਹਿਲਾਂ ਸਾਨੂੰ ਨਹੀਂ ਸੀ ਪਤਾ। ਅੱਛਾ, ਪਹਿਲੇ ਤੋਂ ਬੱਚੇ ਸੀ ਉਹਦੇ? ਹਾਂ, ਬੀਵੀ ਹੈ ਪਹਿਲਾਂ, ਸਾਨੂੰ ਨਹੀਂ ਸੀ ਪਤਾ। ਇਹ ਨਹੀਂ ਪਤਾ ਸੀ ਤੁਹਾਨੂੰ? ਨਹੀਂ, ਸਾਨੂੰ ਨਹੀਂ ਪਤਾ। ਠੀਕ ਹੈ, ਕਰਵਾਇਆ ਸਾਨੂੰ ਦੱਸਿਆ। ਸਹੀ। ਤੇ ਜਦੋਂ ਦਾ ਘਰ ਗਿਆ ਸਾਲ ਹੋ ਗਿਆ, ਲੜਾਈਆਂ ਪੜਾਈਆਂ ਸਾਡੇ ਕੋਲ ਆਉਂਦੀ। ਉਹਨਾਂ ਦਾ ਸਾਲ ਪਹਿਲੇ ਘਰ ਗਈ ਸੀ ਬੱਚੀ? ਹਾਂਜੀ, ਹੁਣ ਹੀ ਗਏ। 14 ਸਾਲ ਬਾਹਰ ਹੀ ਰਹੀ ਹੈ? ਹਾਂਜੀ, ਮਤਲਬ ਅਲੱਗਾ ਘਰ ਚ ਰਹੀ ਹੈ? ਅਲੱਗਾ ਘਰ ਚ ਹੁਣ ਸਾਲ ਹੋਇਆ ਤਕਰੀਬਨ? ਸਾਲ ਹੋਇਆ ਘਰ ਗਏ ਨੂੰ। ਅੱਛਾ, ਇਕੱਠੇ ਰੱਖ ਲਈਆਂ ਦੋਨੋਂ ਬੀਵੀਆਂ ਨੇ? ਲੜਾਈਆਂ ਪੜਾਈਆਂ ਤੇ ਬੱਚੇ ਵੀ ਗੱਲ ਪੈਂਦੇ ਸੀ, ਰਾਹ ਵੀ ਗੱਲ ਪੈਂਦਾ, ਸਾਡੇ ਕੋਲ ਆ ਜਾਂਦੀ ਸੀ। ਫਿਰ ਉਹ ਰੱਬ ਕਹਿੰਦੇ ਨੇ ਨਿੱਕੇ ਨਿੱਕੇ ਬੱਚੇ ਸੀ, ਘਰ ਜਾ ਛੱਡ ਆਉਂਦੇ। ਅੱਛਾ, 5 ਬੱਚੇ ਸਨ। ਤੇ ਅਸੀਂ ਕਹਿੰਦੇ ਤਰ ਮੁੱਕ ਜਾਂਦੀ, ਨਹੀਂ ਮੁੱਕਣਾ, ਮੇਰੇ ਬੱਚੇ ਨਿੱਕੇ ਨਿੱਕੇ ਤੇ ਇੱਥੋਂ ਭਾਵੇਂ ਘਰ ਜਾ ਛੱਡ ਆਉਂਦਾ। ਤੇ ਹੁਣ ਇਨਸਾਫ ਚਾਹੀਦਾ। ਉਹਨੇ ਬੜਾ ਬੇਦਰਦੀ ਨਾਲ ਮਾਰਿਆ, ਇੰਜ ਚੀਰੇ ਦੇ ਕੇ ਨਾ, ਤੇ ਫਿਰ ਸਿਰ ਕੱਟਿਆ ਸੀ। ਓਏ ਹੋਏ ਹੋਏ। ਸਿਰ, ਫਿਰ ਸਿਰ ਦੇ ਵਿੱਚ ਫਿਰ ਆ ਜਿੰਨਾ ਛਾਰ ਆ ਗਿਆ ਵੱਡੀ ਸੀ। ਮੈਂ ਸਾਰਾ ਕੁਛ ਆਪਣੀ ਬੱਚੀ ਦੇ ਉੱਤੇ ਜਾ ਕੇ ਵੇਖੀ ਤੇ ਫਿਰ ਨਾਲ ਮਿਲਾ ਜਾ। ਸਾਨੂੰ ਇਨਸਾਫ ਚਾਹੀਦਾ, ਮਾਰੇ ਦੀਆਂ ਸੀ ਸਾਨੂੰ ਪੁੱਤ ਨਾਲ। ਮਾਂ ਜੀ, ਬੱਚੀ ਨੂੰ ਅਕਸਰ ਮਾਰਦਾ ਕੁੱਟਦਾ ਸੀ? ਹਾਂ, ਡੇਲੀ ਭੇਜ ਦਿੰਦਾ ਸੀ? ਹਾਂ। ਫਿਰ ਆਪੇ ਹੀ ਆਈ ਜਾਂਦੀ ਸੀ ਕਿ ਭੇਜਦਾ ਸੀ, ਘਰੋਂ ਕੱਢ ਦਿੰਦਾ ਸੀ? ਕੱਢ ਦਿੰਦਾ ਸੀ, ਜਦੋਂ ਭਾਵੇਂ ਰਾਤ ਦੇ 12 ਵਜੇ, ਉਹਦੇ ਨੇ 1 ਵਜੇ ਕੱਢ ਦਿੱਤਾ। ਅੱਛਾ, ਤੇ ਫਿਰ ਕਿਵੇਂ ਆਂਦੀ ਸੀ ਬੱਚੀ ਫਿਰ ਆ ਜਾਂਦੀ, ਫਿਰ ਹੀ ਛੱਡ। ਕੀ ਗੱਲਾਂ ਕਰਦੀ ਸੀ ਆ ਕੇ ਬੱਚੀ? ਇਹੋ ਹੀ ਆਂਦੀ ਸੀ, ਭੁੱਖ ਨੰਗ ਮੈਨੂੰ ਮਾਰਦਾ ਕੁੱਟਦਾ ਬੜਾ। ਕਿਉਂ ਮਾਰਦਾ ਸੀ? ਤੇ ਬਸ ਘਰ 'ਚ ਰੋਟੀ ਵੀ ਨਹੀਂ ਸੀ ਪੱਕਦੀ। ਅੱਛਾ। 4-5 ਸਾਲ ਕੰਮ ਨਹੀਂ ਸੀ ਕਰਦਾ, ਛੱਡ ਗਿਆ ਸੀ। ਅੱਛਾ। ਤੇ ਭੁੱਖ ਨੰਗ ਕਰਕੇ ਕਦੀ ਬੱਚੇ ਗਲ ਪੈ ਜਾਣੇ, ਕਦੀ ਆਪ ਪੈ ਜਾਣਾ, ਫਿਰ ਇੱਥੇ ਆ ਜਾਣਾ। ਉਹਨਾਂ ਦਾ ਅੱਬੂ ਨੇ ਕਹਿਣਾ 5 ਬੱਚੇ ਨੇ। ਅੱਬੂ ਮੈਂ ਨਹੀਂ ਬੱਚੇ ਛੱਡ ਸਕਦੀ, ਬੱਚੇ ਮੇਰੇ ਰੋਲ ਜਾਂਦੇ। ਫਿਰ ਅਸੀਂ ਬਾਉਣਾ ਮੋਟਰਸਾਈਕਲ ਘਰ ਛੱਡਣਾ। ਇੰਝ ਅਸੀਂ। ਆਖਰੀ ਵਾਰੀ ਕਦੋਂ ਆਈ ਬੱਚੀ? ਆਖਰੀ ਵਾਰੀ ਆਈ ਹੈ ਕੋਈ 4-5 ਦਿਨ ਹੋ ਗਏ। ਅੱਛਾ। ਤੇ ਮੈਂ ਪੁੱਤਰ ਬਹਿ ਜਾ। ਫਿਰ ਮੈਂ ਘਰੋਂ ਲੜ ਕੇ ਆਈ ਸੀ? ਹਾਂਜੀ। ਤੇ ਕਹਿੰਦੀ ਸੀ ਨਹੀਂ, ਮੈਂ ਆਪਣੇ ਬੱਚਿਆਂ ਕੋਲ ਹੀ ਰਹਿਣਾ, ਮੈਂ ਬੱਚੇ ਨਹੀਂ ਛੱਡਣੇ। ਅੱਛਾ। ਫਿਰ ਉਹਨੂੰ ਤੁਸੀਂ ਇਫਤਖਾਰ ਨਾਲ ਨਹੀਂ ਗੱਲ ਕਰਦੇ ਸੀ ਕਿ ਨਾ ਪੁੱਤਰ ਇੰਜ ਕਰ, ਤੂੰ ਨਾ ਕਰ? ਸਾਨੂੰ ਐਡਾ ਹੌਸਲਾ ਕੋਈ ਨਹੀਂ ਸੀ ਆਇਆ। ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ। ਆਹ ਚੀਰੇ ਦਿੱਤੇ, ਆਹ ਸਾਰੇ ਚੀਰੇ ਦਿੱਤੇ ਸੋ, ਡੰਡਾ ਮਾਰਿਆ, ਛਾਹ ਰਗ ਬੜੀ ਚੀਜ਼ ਸੀ। ਤੇ ਆਹ ਬਾਹਾਂ ਵਾਲੀਆਂ ਵੀ ਵੱਜੀਆਂ ਸਨ। ਅੱਛਾ, ਬਾਹਾਂ ਵੀ ਵੱਜੀਆਂ ਸਨ। ਜਦੋਂ ਮੈਂ ਜਾ ਕੇ ਵੇਖੀ, ਬਾਹਾਂ ਵੀ ਬੰਨੀਆਂ? ਇੰਜ ਬਾਹਾਂ ਬੰਨੀਆਂ ਸਨ। ਓਏ ਹੋਏ ਹੋਏ। ਤੇ ਆਹ ਸਾਰੇ ਡੰਡਾ ਮਾਰਿਆ, 2 ਡੱਕ ਹੋਇਆ ਸੀ। ਉਹਨਾਂ ਨੇ ਪੁਲਿਸ ਵਾਲੇ ਉਹਨਾਂ ਫਿਰ ਚੰਜ ਚੀਜ਼ਾਂ ਪੈਕ ਕੀਤੀਆਂ ਨੇ। ਫਿਰ ਉਸ ਨੇ ਬਲੇਡ। ਨਹੀਂ, ਜਦੋਂ ਪਹਿਲੇ ਮਾਰਦਾ ਕੁੱਟਦਾ ਸੀ ਤੇ ਮਾਈ ਇੰਜ ਨਹੀਂ ਲੱਗਦਾ ਸੀ ਕਿ ਇਹ ਮਾਰ ਹੀ ਸਕਦਾ, ਜਾਨੋਂ ਹੀ ਮਾਰ ਦੇਗਾ ਤੁਹਾਨੂੰ? ਮਤਲਬ ਤੁਹਾਡੀ ਬੇਟੀ ਨੂੰ ਜਾਨੋਂ ਹੀ ਮਾਰ ਦੇਗਾ? ਨਹੀਂ, ਫਿਰ ਘਰ ਚਲਾਈ ਛੱਡ ਆਉਂਦੇ, ਹੁਣ ਰੱਖ ਲੈਂਦੇ ਸੀ। ਫਿਰ ਕਹਿੰਦੇ ਵੀ ਮੈਂ ਭੁੱਖੀ ਅੱਜ ਨੰਗੀ। ਫਿਰ ਉਹਨੂੰ ਪੈਸੇ ਆਪ ਨਹੀਂ ਲੈਣ ਆਂਦਾ ਸੀ? ਨਹੀਂ, ਆਪ ਵੀ ਆ ਜਾਂਦਾ ਸੀ। ਅੱਛਾ, ਕੀ ਗੱਲਾਂ ਕਰਕੇ ਗਿਆ ਆਖਰੀ ਵਾਰੀ ਤੁਹਾਡੇ ਨਾਲ? ਕੋਈ ਵੀ ਨਾ, ਮੈਂ ਬਸ ਆਰਸ਼ੀ ਨੂੰ ਖੜਨਾ। ਕੀ ਕਹਿੰਦਾ? ਮੈਂ ਆਪਣੇ ਜੀਆਂ ਨੂੰ ਖੜਨਾ ਸੀ, ਇਕੱਲਾ ਜਾ। ਅੱਛਾ। ਬੱਚੀ ਆ ਜਾਂਦੀ, ਚਲੀ ਜਾਂਦੀ ਸੀ। ਤੇ ਉਹਨਾਂ ਦਾ ਅੱਬੂ ਬਾਹਰ ਛੱਡ ਆਉਂਦਾ ਸੀ। ਅੱਬੂ ਮੇਰੇ ਨਿੱਕੇ ਨਿੱਕੇ ਬੱਚੇ ਮੈਂ ਨਹੀਂ ਛੱਡ, 4 ਪੁੱਤ ਨਿਕਤੀ, ਮੈਂ ਨਹੀਂ ਛੱਡ ਸਕਦਾ। ਕੋਈ ਮਤਲਬ ਕੋਈ ਇਲਜ਼ਾਮ ਵੀ ਲਾਉਂਦਾ ਸੀ? ਕੀ ਕਹਿੰਦਾ ਸੀ ਬੱਚੀ, ਕੀ ਦੱਸਦੀ ਸੀ? ਨਹੀਂ, ਕੋਈ ਇਲਜ਼ਾਮ ਨਹੀਂ ਸੀ। ਤੇ ਫਿਰ ਐਡੀ ਬੁਰੀ ਤਰ੍ਹਾਂ ਪਤਾ ਨਹੀਂ। ਹੁਣ ਜਿੱਦਾਂ ਕੱਢਿਆ ਸੀ, ਰਾਤ ਦੇ 1 ਵਜੇ ਕੱਢਿਆ ਸੀ। ਨਸ਼ਾ ਕਰਦਾ ਸੀ ਕੋਈ? ਨਸ਼ਾ ਵੀ ਨਹੀਂ ਕਰਦਾ, ਠੀਕ ਆਦਮੀ ਹੈ। ਤੇ ਫਿਰ ਐਡੀ ਬੇਦਰਦੀ ਨਾਲ? ਤੰਗੀ ਬੜੀ ਸੀ ਬੱਚੀ ਨੂੰ, ਮਾਰਦੇ ਮੁੰਡੇ ਵੀ ਮਾਰਦੇ, ਆ ਵੀ ਮਾਰਦਾ ਸੀ। ਉਹਦੇ ਕੰਮ ਕਰ ਮੇਰੇ ਕੋਲ ਨਹੀਂ ਹੁੰਦਾ। ਕੰਮ ਕਰ, ਬੱਚੇ ਭੁੱਖੇ ਰਾਤ ਨੂੰ ਸੌਂ ਜਾਣੇ, ਆਪ ਭੁੱਖਿਆ ਰਹਿ ਜਾਣਾ। ਤੇ ਬਸ
ਹੁਣ ਤੇ ਤੁਸੀਂ ਵਿਆਹ ਐਸੇ ਕਰਕੇ ਕੀਤਾ ਸੀ, ਉਦੋਂ ਭੱਠਾ ਸੀ ਕਿ ਬੇਟੀ ਖੁਸ਼ਹਾਲ ਰਹੇਗੀ? ਕਿਸੇ ਨੇ ਕਰਾ ਹੋ ਹਾਂ ਕਿ ਖੁਸ਼ਹਾਲ ਰਹੇਗੀ, ਹਾਂ ਕੁਛ ਲੇਕਿਨ ਉਹ ਖਾਤਾ ਨਹੀਂ ਬਣਿਆ। ਓਏ ਹੋਏ। ਤੁਸੀਂ ਜਦੋਂ ਉਹਦੇ ਘਰ ਗਏ ਹੋ ਧੀ ਦੇ, ਹਾਂਜੀ ਉੱਥੇ ਕੌਣ ਕੌਣ ਹੈਗਾ ਸੀ? ਕੋਈ ਨਹੀਂ, ਮੈਂ ਧੀ ਦੇ ਬੱਚੇ ਹਨ ਬਸ ਸਿਰਫ। ਤੇ ਉਹ ਕਿੱਥੇ ਗਈ ਪਹਿਲੀ ਵਾਲੀ ਬੀਵੀ, ਉਹ ਕਿੱਥੇ? ਭੱਜ ਨੱਠ ਗਏ ਸਾਰੇ, ਤੇ ਉਹਦੇ ਬੱਚੇ ਬੁੱਚੇ ਸਾਰੇ ਭੱਜ ਗਏ। ਸਿਰਫ ਮੇਰੀ ਧੀ ਦੇ ਬੱਚੇ ਨੂੰ ਵੀ ਇੱਕ ਕਮਰੇ ਸੁੱਤੇ ਸਨ। ਅੱਛਾ, ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਵੀ ਨਹੀਂ ਪਤਾ ਬੱਚਿਆਂ ਨੂੰ? ਉਹ ਜਿੱਥੇ ਟੀਵੀ 'ਚ ਵੇਖਦੇ ਰਹਿਣ ਉੱਥੇ ਸੌਂ ਗਏ। ਤੇ ਉਹ ਬੱਚੇ ਕੀ ਕਹਿ ਰਹੇ ਸੀ? ਉਹ ਜਦੋਂ ਆਪਣੀ ਮਾਂ ਨੂੰ ਵੇਖ ਰਹੇ ਸੀ ਐਸਾ ਬੱਚੇ ਦੇ ਵੇਖ ਕੇ ਜੋ ਉਸ ਦਿਨ ਦੀ ਚੀਕਾਂ ਮਾਰ ਕੇ ਬਿਮਾਰ ਹੋ ਗਈ ਆ, ਤੇ 2 ਜੁੜਵੇ ਨੂੰ ਵੀ ਬਿਮਾਰ ਹੋ ਗਿਆ ਆਪਣੀ ਮਾਂ ਨੂੰ ਵੇਖ ਕੇ। ਇੱਕ ਵੱਡਾ ਸਾਰਾ ਡਾਗ ਲਗਾ ਫਿਰਦਾ। ਬੱਚੇ ਉੱਥੇ ਹੀ ਨੇ? ਹਾਂ ਤੇ ਇੱਕ ਹੈ 1.5 ਸਾਲ ਦਾ ਛੋਟਾ। ਲਿਆਏ ਨਹੀਂ ਬੱਚੇ ਤੁਸੀਂ? ਨਹੀਂ ਲਿਆਇਆ। ਸਾਡੀ ਧੀ ਨਹੀਂ ਰਹੀ ਜਹਾਂ ਬੱਚੇ ਲਿਆ ਕੀ ਕਰ। ਤੇ ਮੈਂ ਨਾਲੇ ਬਿਮਾਰ ਹੈ, ਮੈਂ ਸਾਂਭਣ ਲੱਗੀ ਨਹੀਂ ਬੱਚੇ, ਮੈਂ ਐਵੇਂ ਲਿਆ ਕੇ ਲਈ ਫਿਰਾਂ। ਮੈਂ ਆ ਬਿਮਾਰ ਛੋਕਰ ਕਾਲਾ ਚ ਕਰਾਉਣ ਲੱਗੀ। ਕੀ ਮੁਤਾਲਬਾ ਕਰੋਗੇ ਤੇ ਕਿਹਦੇ ਕੋਲੋਂ ਕਰੋਗੇ? ਮੈਂ ਜਾਨੀ ਸਾਰੀ ਜ਼ਿੰਦਗੀ ਅੰਦਰ ਗਲ ਫਸ ਜਾਏ, ਜਿੰਨਾ ਜ਼ੁਲਮ ਮੇਰੀ ਧੀ ਨਾਲ ਕੀਤਾ ਸੀ। ਮੈਂ ਤੇ ਵੇਖ ਕੇ ਉਸ ਦਿਨ ਦੀ ਬਿਮਾਰ ਹੋ ਗਈ। ਇਹ ਮਾਰ ਕੇ ਡੰਡਾ ਤੇ ਛਾਹ ਰਾਗ ਵੱਢ ਕੇ ਫਿਰ ਉਹਦੇ ਸਾਰੇ ਵਾਲ ਅੱਧੇ ਕੱਟੇ। ਓਏ ਹੋਏ ਹੋਏ। ਅੱਧੇ ਬਾਅਦ ਦੇ ਮੈਂ ਕਾਢ ਲਾਉਣ ਲੱਗਾ, ਮੈਨੂੰ ਨਹੀਂ ਸੀ ਫਿਰ ਪਤਾ ਲੱਗਦਾ ਕਿ ਬੱਚੀ ਫੌਤ ਹੋ ਗਈ। ਮੈਂ ਕਿਹਾ ਉਹਦੇ ਬੋਤਲਾਂ ਲੱਗੀਆਂ, ਮੈਨੂੰ ਕਾਢ ਜਦੋਂ ਨਵਾਇਆ ਫਿਰ ਪਤਾ ਲੱਗਾ। ਜਦ ਦਿਮਾਗ ਖਰਾਬ ਹੈ ਉਹਦਾ, ਕੀ ਪਾਗਲ ਹੈ? ਨਹੀਂ ਮੈਨੂੰ ਨਹੀਂ ਉਹ ਜਿੰਨੇ ਇੰਨਾ ਕੁਝ ਕੀਤਾ, ਮਾਰਤਾ, ਫਿਰ ਸਕੂਲ ਨਾ ਲੱਗਾ। ਆ ਸਾਰੇ ਜੜੇ ਨੇ ਨਾ ਬਲੇਡ ਨਾਲ ਬਾਹਾਂ ਵੱਡੀਆਂ ਸੀ। ਬਾਹਾਂ ਵੱਡੀਆਂ ਸਾਰਾ ਸਾਰੀ ਬਗੀਚੀ। ਉਂਝ ਠੀਕ ਹੈ ਜ਼ਿਹਨੀ ਤਵਾਜ਼ਨ ਉਹਦਾ? ਠੀਕ ਹੈ, ਜੇ ਨਾ ਕੁਛ ਕੀਤਾ ਹੋਣਾ, ਨਾ ਠੀਕ ਹੁੰਦਾ ਤਾਂ ਕਿੱਥੇ ਕਰਨਾ ਸੀ। ਠੀਕ ਆ ਕਿ ਜੇ ਸਕੂਲ ਨਾ ਲੱਗਾ ਰਿਹਾ, ਦਰਵਾਜ਼ਾ ਬੰਦ ਕਰ ਆਰਾਮ ਨਾਲ ਲੱਗਾ ਰਿਹਾ ਤਾਂ ਕਿ ਨਾ ਕੁਛ ਹੋਇਆ ਨਾ। ਤੇ ਸਾਨੂੰ ਤੇ ਬਾਅਦ ਚ ਪਤਾ ਲੱਗਾ, ਸਾਨੂੰ ਪਹਿਲਾਂ ਕੋਈ ਖਬਰ ਨਹੀਂ। ਅਸੀਂ ਆਖਿਆ ਆਪਣੇ ਘਰ ਸਕੂਲ ਨਾਲ ਰਹਿਣ ਲੱਗੇ, ਬਾਅਦ ਚ ਪਤਾ ਲੱਗਾ। ਆਖਰੀ ਵਾਰੀ ਬੱਚੀ ਕੀ ਗੱਲਾਂ ਕਰਕੇ ਗਈ ਹੈ ਤੁਹਾਡੇ ਨਾਲ? ਬਸ ਇਹ ਆਂਦੀ ਸੀ ਕਿ ਮੈਂ ਮਾਂ ਪਰੇਸ਼ਾਨ ਆ। ਨਹੀਂ ਉਂਝ ਹੀ ਮਿਲਣ ਆਈ ਸੀ ਕਿ ਉਂਝ ਹੀ ਕੁੱਟ ਕੇ ਭੇਜਿਆ ਸੀ ਉਹਨੇ? ਨਹੀਂ ਮਾਰਿਆ ਵੀ ਸੀ। ਆਖਰੀ ਵਾਰੀ ਕਿੰਨੀ ਦੇਰ ਰਹੀ? ਹਾਂ ਮੈਂ 10 ਮਿੰਟ ਰਹੀ, ਵੱਡੇ ਬੱਚੇ ਨਾਲ ਆਈ। ਵੱਡੇ ਬੱਚੇ ਦੇ ਨਾਲ ਆਈ? ਮਾਰ ਕੇ ਭੇਜਿਆ ਸੀ ਕਿ ਉਂਝ ਹੀ ਆ ਗਈ? ਮਾਰ ਕੇ ਆਈ ਸੀ। ਮਾਰ ਕੇ ਆਈ ਸੀ ਤੇ 10 ਮਿੰਟ ਬਾਅਦ ਕਿਵੇਂ ਚਲੀ ਗਈ? ਆਂਦੀ ਮੈਂ ਜਾਣਾ ਘਰ। ਅੱਛਾ, ਮੈਂ ਘਰ ਰਹਿੰਦੀ, ਮੈਂ ਘਰ ਜਿਹੜਾ ਮੇਰੇ ਬੱਚੇ ਨੇ ਪਿੱਛੇ। ਬੱਚਿਆਂ ਨਾਲ ਬੜਾ ਲਗਾਓ? हाँ बड़ा प्यार से बच्चे, एक थी 4 पुत्र, बच्चे तो बसा नहीं सकते। नाज़रीन, ये गमज़दा वालिदा है जिसकी बेटी को बेदर्दी के साथ कत्ल कर दिया गया। उसका भी मुतालबा ये है कि मुल्ज़िम को सख्त से सख्त सज़ा दी जाए। माँ की ममता जो होती है वो आपको पता है कि किस तरह माँ अपने बच्चों के साथ प्यार करती है। उसकी बच्ची को बेदर्दी के साथ कत्ल किया गया है और ये वालिदा मुतालबा कर रही है कि इन्हें इंसाफ फराहम किया जाए। ये आम से लोग हैं, इन्हें बोलना भी नहीं आता, इन्हें ये भी नहीं पता कि इस वक्त हुकूमत कौन कर रहा है, वज़ीर आला पंजाब कौन है, लेकिन ये सारी जिम्मेदारी रियासत पर जाती है। रियासत की जिम्मेदारी है। वज़ीर आला पंजाब मरियम नवाज साहिबा को चाहिए कि एक माँ की फरियाद सुने कि उनकी बेटी को किस बेदर्दी के साथ कत्ल कर दिया गया। पुलिस ने मुलजिम तो गिरफ्तार कर ली है, अब जो इनके साथ किया जा सकता है, जो सलूक किया जा सकता है, इनकी मुकदमे की पैरवी ये किस तरह से करेंगे, क्योंकि बहुत ही गरीब लोग हैं तो अक्सर औकात गरीब लोग तो अपने मुकदमे की पैरवी भी नहीं कर सकते, लेकिन वो मुतालबा ज़रूर करते हैं कि उन्हें इंसाफ फराहम किया जाए। और जैसे उनकी बेटी का हाल हुआ है इसी तरह कानूनी तौर पर उस मुल्जिम का भी हाल होना चाहिए। तो ये तभी मुमकिन है जब रियासत इनके साथ खड़ी होगी, इन बेसहारों का सहारा बनेगी, तो तभी वो रियासत कहलाने के लायक होती है। तो रियासत को चाहिए कि वो अपनी जिम्मेदारी का एहसास करें और ख़ास तौर पर इन लोगों पर नज़र सानी करें, इनकी तरफ देखें और इन्हें इंसाफ फराहम करने में अपना किरदार अदा करें। नाज़रीन, सिटी मुरीद के इलाका में जालिम शौहर ने जुल्म की इंतहा कर दी और 5 बच्चों की मां को बेदर्दी के साथ कत्ल कर दिया गया। उससे उस्तरे मारे गए, जिस्म के मुख्तलिफ हिस्सों पे सर पर उस्तरों के वार किए गए, गर्दन पर तेजधार आलों से उससे वार करके कत्ल किया गया। वो 5 बच्चों की माँ थी और मुल्जिम की दूसरी बीवी थी। ये शादी कब हुई, असल वजूहात हैं क्या, ये जानने के लिए हमारे साथ मकतूला के वालिद इस वक्त मौजूद हैं, उन्हीं की जुबानी आपको सुनाते हैं। बड़ा अफसोसनाक वाक़या है, तुहानू अल्लाह पाक सबर देवे। कदों बेटी दी शादी कीती, किहदे नाल कीती, जान पहचान वाले सी, कौन सी? सर 15 साल हो गए शादी को। अच्छा, तकरीबन 15-16 साल हो गए हैं। शादी मैं मिट्टी का काम करता हूँ, मिट्टी का। अच्छा, ਸਾਡੇ ਨਾਲ ਇੱਕ ਬੰਦਾ ਕੰਮ ਕਰਦਾ ਸੀ ਤੇ ਉਹਨੇ ਮੈਨੂੰ ਕਿਹਾ ਸੀ ਮਾੜੇ ਸਾਂ। ਅੱਛਾ, ਉਹਨਾਂ ਦਾ ਪੱਠਾ ਸੀ
ਅੱਛਾ ਉਹਨੇ ਕਿਹਾ ਯਾਰ ਤੂੰ ਨਾ ਆਪਣੀ ਬੇਟੀ ਦੀ ਸ਼ਾਦੀ ਕਰ ਦੇ ਤੇ ਚਲੋ ਬੱਚੀ ਤੇਰੀ ਰੋਟੀ ਸਹੀ ਖਾਏਗੀ। ਅੱਛਾ ਇਹ ਜਿਹਦੇ ਨਾਲ ਸ਼ਾਦੀ ਕਰਨੀ ਸੀ ਇਹਦਾ ਭੱਠਾ ਸੀ, ਕੀ ਨਾਮ ਹੈ ਇਹਦਾ? ਇਹਦਾ ਇਫਤਿਹਾਰ ਨਾ। ਹਾਂ ਇਫਤਿਖਾਰ ਦਾ ਭੱਠਾ ਸੀ। ਹਾਂਜੀ ਉਹਦੇ ਨਾਲ ਸ਼ਾਦੀ ਕੀਤੀ। ਅੱਛਾ ਇਫਤਿਹਾਰ ਨਾਲ। ਅੱਛਾ ਤੁਹਾਨੂੰ ਕਿਸੇ ਨੇ ਕਿਹਾ? ਹਾਂਜੀ ਸਾਡੇ ਨਾਲ ਉਹ ਕੰਮ ਕਰਦਾ ਸੀ, ਉਹਨੇ ਕਿਹਾ ਕਿ ਯਾਰ ਠੀਕ ਹੈ ਚਲੋ ਬੱਚੀ ਟੁੱਕਰ ਬੁਰਕੀ ਖਾਏਗੀ ਤੇ ਸਹੀ ਹੈ। ਅਸੀਂ ਵੀ ਕਿਹਾ ਚਲੋ ਠੀਕ ਹੈ ਮਾੜੇ ਸਾਂ ਤੇ ਉਹ ਕਰ ਦਿੱਤੀ। ਇਫਤਿਖਾਰ ਨੇ ਰਿਸ਼ਤਾ ਮੰਗਿਆ ਸੀ? ਨਹੀਂ। ਹਾਂ ਉਹ ਜਿਹੜਾ ਸਾਡੇ ਨਾਲ ਬੰਦਾ ਇੱਕ ਹੋਰ ਮਿੱਟੀ ਦਾ ਕੰਮ ਕਰਦਾ ਸੀ ਨਾ, ਉਹਦੀ ਕਰੇਨ ਟਰਾਲੀਆਂ ਸੀ, ਉਹਨੇ ਮੈਨੂੰ ਮਸ਼ਵਰਾ ਦਿੱਤਾ, ਮੈਂ ਵੀ ਕੰਮ ਕਰਦਾ ਸਾਂ। ਅੱਛਾ ਉਹ ਬੰਦਾ ਉਹਨਾਂ ਦਾ ਕੰਮ ਕਰਦਾ ਸੀ। ਅੱਛਾ ਉਹਨੇ ਮੈਨੂੰ ਕਿਹਾ ਕਿ ਇਹ ਮਸਲਾ ਇਸ ਤਰ੍ਹਾਂ ਤੇ ਤੂੰ ਕਰ ਲੈ ਯਾਰ, ਤੇਰੀ ਬੱਚੀ ਟੁੱਕਰ ਸਕੂਨ ਨਾਲ ਖਾਏਗੀ। ਸਹੀ। ਮੈਂ ਵੀ ਲਾਲਚ ਕੀਤਾ ਕਿ ਚਲੋ ਕੋਈ ਬਾਤ ਨਹੀਂ, ਸਹੀ ਹੈ ਚਲੋ ਬੱਚੀ ਜਿਹੜੀ ਹੈ ਚੰਗੇ ਘਰ ਚ ਚੰਗੇ ਵਿਆਹੀ ਘਰ ਚ ਆ ਜਾਏਗੀ। ਜਾਏਗੀ। ਠੀਕ ਹੈ। ਉਹ ਸਰ ਫਿਰ ਉੱਥੇ ਰਹਿਸ਼ ਕੀਤੀ ਉਹਨਾਂ ਨੇ ਭੱਠੇ ਤੇ ਹੀ। ਅੱਛਾ ਸ਼ਾਦੀ ਜਦੋਂ ਹੋਈ ਉੱਥੋਂ ਭੱਠੇ ਤੋਂ ਹੀ ਆਏ ਨੇ, ਉਹ ਉੱਥੇ ਲੈ ਕੇ ਗਏ ਨੇ, ਉੱਥੋਂ ਫਿਰ ਘਰ ਚਲੇ ਗਏ ਨੇ। ਥੋੜੀ ਦੇਰ ਬਾਅਦ ਸਮਝ ਲਓ ਕੋਈ 2-3 ਸਾਲ ਬਾਅਦ ਘਰ ਚਲੇ ਗਏ ਨੇ। ਠੀਕ ਹੈ। ਜਾ ਕੇ ਉਹਦੀ ਫਿਰ ਦੂਸਰੀ ਬੀਵੀ ਸੀ, ਉਹਦੇ ਬੇਟੇ ਵੀ ਨੇ 5-4। ਅੱਛਾ ਸ਼ਾਦੀशुदा ਨੇ। ਅੱਛਾ ਉਹ ਫਿਰ ਲੜਾਈ ਘੋਲ ਕੀਤੇ ਨੇ ਉਹਨਾਂ। ਪਹਿਲੀ ਬੀਵੀ ਤੋਂ ਵੀ ਬੱਚੇ ਨੇ? ਹਾਂਜੀ ਉਹਦੇ ਚੋਂ ਵੀ ਬੱਚੇ ਨੇ। ਅੱਛਾ ਉਹ ਫਿਰ ਕੋਈ ਮਸਲਾ ਇਹਨਾਂ ਦਾ ਲੜਾਈਆਂ ਘੋਲ ਹੁੰਦੇ ਰਹੇ ਨੇ। ਉਹ ਬੱਚੀ ਨੂੰ ਮਾਰ ਕੇ ਭੇਜ ਦਿੰਦਾ ਰਿਹਾ। ਅਸੀਂ ਫਿਰ ਉਹਨੂੰ ਤਰਲਾ ਮਿੰਤ ਕਰਕੇ ਉਹਨੂੰ ਭੇਜਦੇ ਰਹੇ ਕਿ ਬੇਟਾ ਤੇਰੇ ਛੋਟੇ ਛੋਟੇ ਬੱਚੇ ਨੇ ਤੇ ਤੂੰ ਉੱਥੇ ਹੀ ਰਹੋ। ਬੱਚੀ ਕੀ ਕਹਿੰਦੀ ਸੀ ਆ ਕੇ ਤੁਹਾਨੂੰ? ਬੱਚੀ ਕਹਿੰਦੀ ਸੀ ਮੈਨੂੰ ਮਾਰਦਾ ਬੜਾ ਹੈ। ਹਾਂ ਕਿਉਂ, ਵਜ੍ਹਾ ਕੀ ਸੀ ਉਹਦੇ ਪਿੱਛੇ? ਵਜ੍ਹਾ ਇਹ ਸੀ ਕਿ ਉਹ ਤੁਹਾਨੂੰ ਦੱਸਿਆ ਨਾ ਕਿ ਉਹ ਦੂਸਰੀ ਡਬਲ ਸ਼ਾਦੀ ਸੀ ਨਾ ਉਹਦੀ। ਦੂਸਰੀ ਬੀਵੀ ਸੀ ਤੁਹਾਡੀ ਬੇਟੀ? ਹਾਂਜੀ ਪਹਿਲੇ ਉਹਦੀ ਹੋਈ ਸੀ ਸ਼ਾਦੀ। ਜਦੋਂ ਤੁਸੀਂ ਸ਼ਾਦੀ ਕੀਤੀ ਉਦੋਂ ਪਤਾ ਸੀ ਦੂਸਰੀ ਕਰ ਰਹੇ ਹੋ? ਨਹੀਂ। ਉਦੋਂ ਕੀ ਸੀ? ਉਦੋਂ ਸਾਨੂੰ ਉਸ ਬੱਚੇ ਬੰਦੇ ਨੇ ਕਿਹਾ ਸੀ ਕਿ ਉਹਦੇ ਨਾਲ ਹਾਂਜੀ ਉਹਨੇ ਕਿਹਾ ਸੀ ਕਿ ਉਹਦਾ 1-2 ਬੱਚਾ। ਹਾਂ ਗਲਤ, ਉਹਨੇ ਕਿਹਾ ਸੀ 1-2 ਬੱਚਾ ਉਹਦਾ। ਸ਼ਾਦੀ ਹੋਈ ਹੈ? ਸ਼ਾਦੀ ਹੋਈ ਹੈ। ਅੱਛਾ ਉਹਨੇ ਕਿਹਾ ਸੀ। ਅਸੀਂ ਕਿਹਾ ਚਲੋ ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਇਹ ਉੱਥੋਂ ਜੇ ਸਲਿਆਏ ਨੇ ਇਹਨਾਂ ਲੜਾਈਆਂ ਲੁੜੀਆਂ ਜੋ ਵੀ ਮਸਲੇ ਮਸਾਇਲ ਕਰਾਉਂਦੇ ਹੋਏ ਨੇ। ਸਹੀ। ਉਹਦੇ ਵਿੱਚ ਆਣ ਕੇ ਉਹ ਫਿਰ ਬੱਚੀ ਨੂੰ ਜਿਹੜਾ ਉਹਨੇ ਇਹ ਕੰਮ ਕਰ ਦਿੱਤਾ। ਨਹੀਂ ਇਹ ਨੌਬਤ ਕਿਵੇਂ ਪਹੁੰਚੀ? ਆਖਰੀ ਵਾਰੀ ਬੱਚੀ ਤੁਹਾਡੇ ਕੋਲ ਕਦੋਂ ਆਈ? ਕੀ ਉਹਦੇ ਤੋਂ ਪਹਿਲੇ ਲੜਾਈ ਹੋਈ ਕੋਈ? ਹਾਂਜੀ ਲੜਾਈ ਕਿੰਨੇ ਦੇਰ ਪਹਿਲੇ? 15 ਸਾਲ ਹੋ ਗਏ ਨਾ ਸ਼ਾਦੀ ਨੂੰ। ਹਾਂਜੀ ਹਾਂਜੀ। ਤੇ ਇਹ ਕਦੋਂ ਤੋਂ ਸਿਲਸਿਲਾ ਜਾਰੀ ਸੀ? ਇਹ ਤਕਰੀਬਨ ਜਦੋਂ ਉਹਨਾਂ ਦਾ ਭੱਠਾ ਵੀ ਵਿਕਿਆ, ਭੱਠਾ ਉਹਨਾਂ ਗਾਂ ਦੇ ਦਿੱਤਾ ਅੱਗੇ। ਅੱਛਾ। ਕੁਝ ਹਾਲਾਤ ਵੀ ਉਹਨਾਂ ਦੇ ਖਰਾਬ ਹੋ ਗਏ ਨੇ। ਅੱਛਾ। ਉੱਥੋਂ ਫਿਰ ਇਫਤਿਖਾਰ ਦੇ? ਇਫਤਿਖਾਰ ਦੇ। ਅੱਛਾ। ਉੱਥੋਂ ਫਿਰ ਕੋਈ ਕੰਮ ਸ਼ਮ ਵੀ ਨਹੀਂ ਸੀ ਕੋਈ ਕਰਦਾ, ਉਹਦੀ ਵਜ੍ਹਾ ਤੋਂ ਫਿਰ ਸਾਰਾ ਇਹ ਮਸਲਾ ਬਣਿਆ। ਸਹੀ ਹੈ। ਹਾਂਜੀ। ਕੀ ਮਸਲਾ ਕੀ ਬਣਿਆ? ਮਸਲਾ ਇਹ ਬਣਿਆ ਕਿ ਲਾਈਆਂ ਘੋਲ ਕਰਦਾ ਸੀ, ਉਹਨੂੰ ਮਾਰਦਾ ਸੀ, ਉਹਨੂੰ ਕੱਢ ਦਿੰਦਾ ਸੀ। ਕਦੀ ਉੱਥੋਂ ਘਰੋਂ ਕੱਢ ਕੇ ਬਾਹਰ ਨਹਿਰ ਤੇ ਖੜਾ ਕਰ ਦਿੰਦਾ ਸੀ, ਕਦੀ ਰਾਤ ਨੂੰ ਖੜਾ ਕਰ ਦੇਣਾ, ਕਦੀ ਸਵੇਰ ਖੜਿਆ ਕਰ ਦੇਣਾ। ਅੱਛਾ। ਤੁਸੀਂ ਜਾਂਦੇ ਸੀ ਉਧਰ? ਹਾਂਜੀ ਅਸੀਂ ਜਾਂਦੇ, ਕਦੀ ਜਾਂਦੇ ਵੀ ਸਾਂ, ਕਦੀ ਉਹ ਸਾਡੇ ਕੋਲ ਆ ਜਾਂਦੀ ਸੀ। ਅੱਛਾ। ਤੇ ਅਸੀਂ ਫਿਰ ਜਾਂਦੇ ਸਾਂ, ਕਹਿੰਦੇ ਸਾਂ ਪੁੱਤਰ ਤੇਰੀ ਮਿਹਰਬਾਨੀ, ਤੇਰੇ ਛੋਟੇ ਛੋਟੇ ਬੱਚੇ ਨੇ ਤੇ ਤੂੰ ਇੱਥੇ ਆਪਣੀ। ਤੇ ਇਫਤਿਖਾਰ ਨਾਲ ਨਹੀਂ ਗੱਲ ਹੁੰਦੀ ਸੀ ਉਹਦੇ ਤੋਂ ਪਹਿਲੇ? ਉਹ ਕੀ ਕਹਿੰਦਾ ਸੀ? ਉਹ ਕਹਿੰਦਾ ਸੀ ਚਲੋ ਜੀ ਮੈਂ ਨਹੀਂ ਕਰਾਂਗਾ ਹੁਣ ਅੱਗੇ, ਫਿਰ ਨਹੀਂ ਕਰਾਂਗਾ। ਤੇ ਪੁੱਛਦੇ ਨਹੀਂ ਸੀ ਕਿਉਂ ਕਰਨਾ? ਪੁੱਛਦੇ ਹਾਂ। ਕੀ ਕਹਿੰਦਾ ਸੀ? ਅਸੀਂ ਕਹਿੰਦੇ ਸਾਂ ਇਹਨੂੰ ਘਰ ਆਪਣਾ ਰਾਸ਼ਨ ਪਾਣੀ ਦੇ ਪਾ ਕੇ ਜੋ ਵੀ ਆਪਣੇ ਦਾ ਖਰਚੇ ਆਪਣੇ ਪੂਰੇ ਕਰ। ਠੀਕ ਹੈ। ਮੈਨੂੰ ਕੰਮ ਨਹੀਂ ਲੱਭਦਾ, ਇੰਜੇ ਉਹ ਹੈ, ਮੈਨੂੰ ਕੰਮ ਹੈ, ਕਿੱਥੇ ਕੰਮ ਕਰਾਂ? ਤੇ ਇਸ ਤਰ੍ਹਾਂ ਕਰਕੇ ਹੋਇਆ। ਸਹੀ ਹੈ। ਤੇ ਬੱਚੇ ਕਿੰਨੇ ਹੋ ਗਏ ਸੀ ਤੁਹਾਡੀ ਬੇਟੀ ਦੇ? ਬੱਚੇ ਹੋ ਗਏ ਹੁਣ ਤੇ ਮਾਸ਼ਾਅੱਲਾ 5 ਨੇ। 5 ਬੱਚੇ? ਹਾਂਜੀ। ਕਿੰਨੇ ਬੱਚੀਆਂ, ਕਿੰਨੇ ਬੱਚੇ? 1 ਬੇਟੀ 4 ਬੇਟੇ ਨੇ। ਸਹੀ ਹੈ। ਇਹ ਕੋਲ ਰੱਖ ਕੇ ਗੱਲ ਕਰਨੀ ਹੈ। ਤੇ ਕੀ ਇਹ ਨੌਬਤ ਜਿਹੜੀ ਆਖਰੀ ਟਾਈਮ ਕਦੋਂ ਆਈ ਬੇਟੀ ਤੁਹਾਡੇ ਕੋਲ? ਇਹ ਆਖਰੀ ਟਾਈਮ ਆਈ ਹੈ ਸਾਡੇ ਕੋਲ ਕੋਈ ਤਕਰੀਬਨ 10 ਤੋਂ 15 ਦਿਨ ਹੋਏ ਨੇ। ਲੜਕੀ ਆਈ ਸੀ ਕਿ ਉਂਝ ਹੀ ਆਈ ਸੀ? ਲੜਕੀ ਆਈ ਸੀ। ਅੱਛਾ। ਕੀ ਕਹਿੰਦੀ ਆ ਕੇ? ਕਹਿੰਦੀ ਸੀ ਕਿ ਮੈਨੂੰ ਫਿਰ ਉਹਨੇ ਮਾਰਿਆ ਸੀ, ਫਿਰ ਉਹਨੂੰ ਫੋਨ ਦੇ ਵਿੱਚ ਵੀ ਸਮਝਾਇਆ। ਠੀਕ ਹੈ। ਫਿਰ ਉਹਨੂੰ ਕਿਹਾ ਪੁੱਤਰ ਜੇ ਨਹੀਂ ਨਾ ਤੇ ਤੂੰ ਆਪਣੇ ਬੱਚੇ ਇੱਥੇ ਲਾਇਆ ਸਾਡੇ ਕੋਲ ਤੇ ਆਪਣਾ ਗੁਜ਼ਾਰਾ ਚਲਾ। ਉਹਨੇ ਕਿਹਾ ਨਹੀਂ ਮੈਂ ਨਹੀਂ, ਮੇਰੇ ਛੋਟੇ ਛੋਟੇ ਬੱਚੇ ਨੇ, ਮੈਂ ਉਹਨਾਂ ਕੋਲੋਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਲਿਆ ਸਕਦੀ ਇੱਥੇ। ਅੱਛਾ। ਮੈਂ ਉੱਥੇ ਆਪਣਾ ਗੁਜ਼ਾਰਾ ਕਰਾਂਗੀ। ਸਹੀ ਹੈ। ਹਾਂਜੀ। ਉਹ ਉੱਥੇ ਹੀ ਰਹਿਣਾ ਚਾਹੁੰਦੀ? ਉੱਥੇ ਹੀ ਰਹਿਣਾ ਚਾਹੁੰਦੀ। ਚਲੀ ਗਈ ਫਿਰ? ਚਲੇ ਗਈ। ਫਿਰ ਇਹ ਕਿਵੇਂ ਤਲਾ ਮਿਲੀ, ਕੀ ਹੋ ਗਿਆ ਸਭ ਕੁਝ? ਤਲਾ ਸਾਰੇ ਐਵੇਂ ਮਿਲੀ ਹੈ, ਤੁਹਾਨੂੰ ਦੱਸਿਆ ਨਾ ਕਿ ਇਹ ਮੇਰਾ ਤਮਾਦ ਗਿਆ ਉਧਰ, ਉਹ ਪ੍ਰਾਪਰਟੀ ਦਾ ਕੰਮ ਕਰਦਾ ਸੀ, ਉੱਥੋਂ ਗੁਜ਼ਰਿਆ ਸੀ, ਉੱਥੇ ਰੌਲਾ ਬਣਿਆ ਸੀ। ਦੂਸਰੀ ਬੇਟੀ ਦਾ ਸ਼ੌਹਰ? ਦੂਸਰੀ ਬੇਟੀ ਦਾ। ਕਿੰਨੇ ਬੱਚੇ ਤੁਹਾਡੇ? ਮੇਰੇ 3 ਬੇਟੀਆਂ 3 ਬੇਟੇ ਸਨ। ਅੱਛਾ। 2 ਪਹਿਲੇ ਬੇਟੇ ਫੌਤ ਹੋ ਗਏ ਨੇ। ਹਾਂ। ਵੱਡਾ ਬੇਟਾ ਫੌਤ ਹੋ ਗਿਆ, ਛੋਟਾ ਸਾਰਿਆਂ ਦਾ ਫੌਤ ਹੋ ਗਿਆ ਸੀ। ਤੇ ਹੁਣ 3 ਬੇਟੀਆਂ ਤੇ 1 ਬੇਟਾ ਸੀ। ਸਹੀ ਹੈ। ਇਹ ਕਿੰਨਵੇਂ ਨੰਬਰ ਤੇ ਸੀ ਬੱਚੀ? ਇਹ ਜਿਹੜੀ ਆ ਇਹ ਬੱਚੀ ਹੈਗੀ ਸੀ ਤੀਸਰੇ ਨੰਬਰ ਤੇ। ਅੱਛਾ। ਸਭ ਤੋਂ ਛੋਟੀ? ਨਹੀਂ, ਪਹਿਲੇ ਸੀ ਇਹ ਬੱਚਾ, ਉਸ ਤੋਂ ਬਾਅਦ ਬੇਟੀ, ਉਸ ਤੋਂ ਬਾਅਦ ਫਿਰ ਇਹ ਬੇਟੀ ਸੀ।
ਠੀਕ ਹੈ, ਉਹਨਾਂ ਤੋਂ ਬਾਅਦ ਫਿਰ ਦੂਜੇ ਸਨ। ਸਹੀ ਹੈ। ਬਾਕੀ ਦੂਸਰੀ ਬੇਟੀ ਦਾ ਸ਼ੌਹਰ ਜਾ ਰਿਹਾ ਸ਼ੋਰ ਸੀ, ਜਾ ਰਿਹਾ ਸੀ, ਹਾਂਜੀ। ਉਹਨੇ ਕੀ ਵੇਖਿਆ? ਉਹਨੇ ਵੇਖਿਆ ਉੱਥੇ ਕੋਈ ਲੋਕ ਇਕੱਠੇ ਹੋਏ ਸਨ। ਕਿੱਥੇ? ਇਹ ਉਹਨਾਂ ਦੇ ਦਰਵਾਜ਼ੇ ਅੱਗੇ ਆਰਾਮਾਨਾ ਕੁਨੀ ਜਿਹਨੂੰ ਕਹਿੰਦੇ ਨੇ, ਜਿੱਥੇ ਰਹਿ ਸੀ ਇਹਨਾਂ ਦੀ, ਰਹਿਮਾਨ ਕਲੋਨੀ। ਰਹਿਮਾਨ ਕੁਨੀ। ਅੱਛਾ। ਉੱਥੇ ਵੇਖਿਆ, ਉੱਥੇ ਵੇਖ ਕੇ ਉਹਨੇ ਫਿਰ ਮੈਨੂੰ ਫੋਨ ਕੀਤਾ ਅੱਛਾ ਕਿ ਅਬੂ ਜੀ ਆ ਇਸ ਤਰ੍ਹਾਂ ਮਸਲਾ ਬਣਿਆ ਤੇ ਇਸ਼ਤਿਹਾਰ ਨੇ ਆਰਫੀ ਨੂੰ ਕਤਲ ਕਰ ਦਿੱਤਾ। ਅੱਛਾ। ਅਸੀਂ ਫਿਰ ਇੱਥੋਂ ਮੋਟਰਸਾਈਕਲ ਤੇ ਮੈਂ ਤੇ ਮੇਰਾ ਭਾਈ ਅਸੀਂ ਫਿਰ ਗਏ ਆ, ਜਦ ਸਾਡੇ ਜਾਂਦੇ ਨੂੰ ਇਹ ਮਸਲਾ ਸਾਰਾ ਹੋ ਗਿਆ ਸੀ। ਅੱਛਾ, ਅਸੀਂ ਜਾ ਕੇ ਕੀ ਵੇਖਿਆ ਤੁਸੀਂ? ਅਸੀਂ ਵੇਖਿਆ ਸਾਡੇ ਜਾਂਦੇ 2 ਡਾਲੇ ਪੁਲਿਸ ਦੇ ਉੱਥੇ ਖੜੇ ਨੇ। ਅੱਛਾ, ਪੁਲਿਸ ਆ ਗਈ ਸੀ? ਪੁਲਿਸ ਆ ਗਈ ਸੀ, 2 ਡਾਲੇ ਖੜੇ ਨੇ। ਸਾਨੂੰ ਉਹਨਾਂ ਅੱਗੇ ਜਾਣ ਨਹੀਂ ਦਿੱਤਾ। ਅਸੀਂ ਕਿਹਾ ਸਾਨੂੰ ਵੇਖਣ ਦੇ ਦਿਓ ਕੀ ਹੋਇਆ ਅੰਦਰ। ਉਹਨੇ ਕਿਹਾ ਨਹੀਂ ਜੀ ਅਸੀਂ ਅੰਦਰ ਨਹੀਂ ਅਜੇ ਜਾਣ ਦੇਣਾ, ਅਸੀਂ ਆਪਣੀ ਕਾਰਵਾਈ ਲਿਖਣ ਡਏ ਆ, ਵੇਖਣ ਡਏ ਆ। ਇਹ ਕਰਦਿਆਂ ਪੁਲਿਸ ਵਾਲਿਆਂ ਨੇ ਕੀ ਕਿਹਾ ਸਾਨੂੰ, ਉਹਨਾਂ ਕਿਹਾ ਕਿ ਤੁਸੀਂ ਇੰਜ ਕਰੋ, ਫੌਰੀ ਜਾ ਕੇ ਤੇ ਦਰਖਾਸਤ ਲਿਖਾਓ, ਇਹਦਾ ਫਿਰ ਉਹ ਕਰਾਉਣਾ ਹੈ ਜੀ, ਉਹ ਕੀ ਪੋਸਟਮਾਰਟਮ ਕਰਾਉਣਾ। ਸਾਨੂੰ ਉੱਥੇ ਉਹਨਾਂ ਖਲੋਣ ਨਹੀਂ ਦਿੱਤਾ ਪੁਲਿਸ ਵਾਲਿਆਂ ਨੇ। ਅੱਛਾ, ਫਟਾਫਟ ਤੁਸੀਂ ਜਾਓ। ਬੱਚੀ ਦੀ ਲਾਸ਼ ਵੀ ਨਹੀਂ ਵੇਖੀ ਤੁਸੀਂ? ਨਹੀਂ ਵੇਖੀ। ਅਸੀਂ ਸਮਝ ਲਓ ਕਿ ਉੱਥੇ ਵੇਖੀ ਜਦੋਂ ਪੋਸਟਮਾਰਟਮ ਹੋਇਆ, ਸਾਨੂੰ ਉੱਥੇ ਨਹੀਂ ਉਹਨਾਂ ਵੇਖਣ ਦਿੱਤੀ ਘਰ। ਅੱਛਾ, ਘਰ ਥਾਣੇ ਭੇਜਤਾ ਤੁਹਾਨੂੰ? ਹਾਂਜੀ। ਫਿਰ ਉੱਥੋਂ ਥਾਣਿਓਂ ਫਿਰ ਅਸੀਂ ਉਹ ਰਿਪੋਰਟ ਜਿਹੜੀ ਲਿਖਾ ਕੇ ਜੋ ਵੀ ਐਸੀ ਲਿਖਾ ਕੇ ਉੱਥੇ ਗਏ ਆ। ਉੱਥੋਂ ਇੱਕ ਮੇਰੀ ਬੇਬੀ ਸੀ ਤੇ ਇੱਕ ਮੇਰੀ ਵੱਡਾ ਬੇਟਾ ਫੌਤ ਹੋ ਗਿਆ, ਉਹਦੀ ਬੇਗਮ ਸੀ। ਉਹ ਦੋਵੇਂ ਜਾਣੀਆਂ ਬੇਗਮ ਤੇ ਉਹ ਦੋਵੇਂ ਬੈਠੀਆਂ ਨੇ ਗੱਡੀ ਦੇ ਵਿੱਚ ਉਹਨਾਂ ਲਾਸ਼ ਰੱਖੀਏ ਤੇ ਉੱਥੇ ਲੈ ਗਏ ਨੇ ਹਸਪਤਾਲ ਨੇ। ਅੱਛਾ, ਮੁਲਜ਼ਮ ਕਿੱਥੇ ਸੀ ਉਸ ਟਾਈਮ? ਮੁਲਜ਼ਮ ਤੋਂ ਸਾਨੂੰ ਨਹੀਂ ਪਤਾ ਮੁਲਜ਼ਮ ਕਿੱਥੇ ਸੀ। ਅੱਛਾ, ਕਿੰਨੇ ਇਫਤਖਾਰ ਨੇ ਕਤਲ ਕੀਤੀ ਬੇਟੀ ਤੁਹਾਡੀ? ਹਾਂਜੀ। ਕਿਹਦੇ ਨਾਲ? ਹੋਰ ਕੌਣ ਸੀ ਉਹਦੇ ਨਾਲ? ਹੋਰ ਸਾਨੂੰ ਨਹੀਂ ਸਰ ਪਤਾ। ਅੱਛਾ, ਸਾਨੂੰ ਪਤਾ ਹੀ ਨਹੀਂ, ਜਦੋਂ ਅਸੀਂ ਮੈਂ ਆਖੀ ਸਾਨੂੰ ਪਤਾ। ਅੱਛਾ, ਕਿਵੇਂ ਕਤਲ ਕੀਤਾ ਸੀ? ਕਤਲ ਕੀਤਾ ਜੀ ਉਹਨਾਂ ਇੱਥੋਂ ਇਹ ਉਸ ਤਰ੍ਹਾਂ ਮਾਰਿਆ, ਫਿਰ ਇੱਥੇ ਮਾਰਿਆ, ਇਹ ਸਿਰ ਤੇ ਜਿਹੜਾ ਨਾ ਇਸ ਤਰ੍ਹਾਂ ਮਾਰ ਕੇ ਇਸ ਤਰ੍ਹਾਂ ਬੋਟੀਆਂ ਨਿਕਲੀਆਂ ਹੁਣ ਬਾਹਰ। ਇੱਥੋਂ ਨਾ ਛੁਰੀ ਇਸ ਤਰ੍ਹਾਂ ਫੇਰਿਆ, ਉਸ ਤਰ੍ਹਾਂ ਫੇਰ ਕੇ ਸ਼ਾਹ ਰੱਖ ਜਿਹੜੀ ਹੈ ਨਾ ਉਹਨਾਂ ਵੱਡੀ ਹੈ। ਠੀਕ ਹੈ। ਉਸ ਤੋਂ ਬਾਅਦ ਇਹ ਸਿਰ ਦੇ ਉੱਤੋਂ ਨਾ ਸਾਰੇ ਇਸ ਤਰ੍ਹਾਂ ਬੋਟੀਆਂ ਜੇ ਪਤਾ ਨਹੀਂ ਉਸ ਤਰ੍ਹਾਂ ਮਾਰੇ ਨੇ, ਕੀ ਕੀਤਾ, ਬੜੀ ਦਰਦੀ ਨਾਲ ਮਾਰਿਆ। ਉਸ ਤੋਂ ਬਾਅਦ ਫਿਰ ਦੋਵੇਂ ਬਾਜ਼ੂ ਜਿਹੜੇ ਨੇ ਇਹਨਾਂ ਦੇ ਉੱਤੇ ਉਸ ਤਰ੍ਹਾਂ ਮਾਰੇ ਨੇ। ਇਹ ਜਗ੍ਹਾ ਤੇ ਬੜੇ ਡੂੰਘੇ ਟੋਏ ਪੈ ਸਨ ਇਹ ਜਗ੍ਹਾ ਤੇ। ਇੰਨੀ ਨਫ਼ਰਤ ਇੱਕ ਬੰਦੇ ਨੇ 15 ਸਾਲ ਗੁਜ਼ਾਰੇ, 5 ਬੱਚੇ ਪੈਦਾ ਕੀਤੇ ਤੇ ਆਪਣੀ ਬੀਵੀ ਨੂੰ ਇੰਨੀ ਬੇਦਰਦੀ ਨਾਲ ਕਿਉਂ ਕਤਲ? ਪਤਾ ਨਹੀਂ ਜੀ ਕਿਉਂ ਉਹਨੇ ਮਾਰਿਆ ਉਹਨੂੰ, ਕਿਉਂ, ਕੀ ਮਸਲਾ? ਲੜਾਈ ਕੋਲ ਚੱਲਦਾ ਰਿਹਾ, ਬੜੀ ਰਸ ਸਮਝਾਇਆ। ਬੱਚੀ ਨੂੰ ਵੀ ਛੱਡ ਕੇ ਆਉਂਦੇ ਰਹੇ ਆ ਕਿ ਪੁੱਤਰਾ ਤੇਰੇ ਛੋਟੇ ਬੱਚੇ ਨੇ, ਤੂੰ ਇੱਥੇ ਰਹੋ ਆਰਾਮ। ਇੱਥੇ ਆਉਂਦਿਆਂ ਉਹਨੂੰ ਕਦੀ ਆਖਣਾ ਪੁੱਤਰ ਇੱਥੇ ਰਹਿ ਜਾ ਸਾਡੇ ਕੋਲ, ਬੱਚੇ ਵੀ ਲਾਇਆ ਆਪਣੇ, ਤੇਰਾ ਨਹੀਂ ਨਜ਼ਾ। ਉਹਨੇ ਕਹਿੰਦੇ ਮੇਰੇ ਛੋਟੇ ਬੱਚੇ ਮੈਂ ਆਪਣੇ ਘਰ ਜਾਣਾ, ਉੱਥੇ ਛੱਡ ਕੇ ਆਉਂਦੇ ਰਹੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਿਆ ਨਾ ਕਿ ਬਾਜ਼ੂ ਇਹ ਜਿਹੜੇ ਨੇ ਬਾਜ਼ੂਆਂ ਤੇ ਉਹਨੇ ਉਸ ਤਰ੍ਹਾਂ ਮਾਰੇ ਨੇ, ਬੇਦਰਦੀ ਨਾਲ ਸਰ ਮਾਰਿਆ, ਬੜਾ ਬੇਦਰਦੀ। ਇਸ ਤਰ੍ਹਾਂ ਕੋਈ ਬੰਦਾ ਮਾਰਦਾ ਨਹੀਂ ਜਿਸ ਤਰ੍ਹਾਂ ਉਹਨਾਂ ਮਾਰਿਆ। ਸਹੀ ਹੈ। ਮਾਰ ਕੇ ਕਤਲ ਕਰਕੇ ਫਰਾਰ ਹੋ ਗਿਆ ਸੀ? ਮਾਰ ਕੇ ਕਤਲ ਕਰਕੇ ਫਰਾਰ ਹੋ ਗਿਆ ਸੀ। ਹਾਂਜੀ। ਫਿਰ ਕਿਵੇਂ ਫੜਿਆ ਗਿਆ? ਫੜਿਆ ਉੱਥੇ ਫਿਰ ਕੋਈ ਮੇਰਾ ਖਿਆਲ ਲੋਕਾਂ ਨੇ ਕਿਸੇ ਨੇ ਕੋਈ ਦੱਸਿਆ ਜਾਂ ਜੋ ਵੀ ਹੋਇਆ, ਉਹ ਪੁਲਿਸ ਵਾਲੇ ਆਣ ਕੇ ਤੁਹਾਨੂੰ ਫੜ ਕੇ ਲੈ ਗਏ। ਸਹੀ ਹੈ। ਹਾਂਜੀ, ਫੜਿਆ ਗਿਆ। ਫੜਿਆ ਗਿਆ। ਕੀ ਉਮੀਦ ਹੈਗੀ ਹੈ ਤੁਹਾਨੂੰ ਇਨਸਾਫ ਮਿਲੇਗਾ? ਉਮੀਦ ਸਾਨੂੰ ਮਿਲਣਾ ਚਾਹੀਦਾ ਇਨਸਾਫ ਸਰ, ਇਨਸਾਫ ਮਿਲਣਾ ਚਾਹੀਦਾ। ਇਸ ਤੋਂ ਬਾਅਦ ਕੀ ਹੋਣਾ ਚਾਹੀਦਾ? ਸਾਡੀ ਬੇਟੀ ਉਹਨੇ ਇਸ ਤਰ੍ਹਾਂ ਏਡੀ ਬੇਦਰਦ ਹੋ ਕੇ ਮਾਰਿਆ कि जो सानू इंसाफ ना मिले तो फिर की हो सकता है। अल्लाह पाक तुहानू सब्र दे। नाज़रीन, आपने सुना कि किस बेदर्दी के साथ जालिम शौहर ने अपनी दूसरी बीवी को कत्ल किया, जिसमें से उसके 5 बच्चे थे। कत्ल की वारदात के बाद वो फरार हो गया था। पुलिस ने मुकदमा दर्ज किया, बिलाखिर मुलजिम भी गिरफ्तार हो चुका है। ये वाक़या हुआ कैसे, इसमें मज़ीद हक़ाइक़ हैं क्या, मोहल्लेदारों ने क्या किरदार अदा किया, वो भी आपको बताते हैं। नाज़रीन, जुल्म की इंतहा कर दी गई। थाना सिटी मुरीदके की हदूद में जालिम शौहर ने 5 बच्चों की मां को बेदर्दी के साथ कत्ल कर दिया। कत्ल की खौफनाक वारदात की इतला मिलते ही अहले इलाका और मकतूला के रिश्तेदार बड़ी तादाद में मौका पर पहुंचे। उन्होंने वहां पर क्या देखा, पुलिस ने किस तरह से कार्रवाई की, उन्हीं की जुबानी आपको सुनाते हैं। सबसे पहले रुख करते हैं यहाँ के जो उनके मोहल्लेदार हैं, अजीज़ो कारिब हैं, उनमें भट्टी साहब, जिन्होंने जाकर सारी कार्रवाई करवाई। उन्हें क्या इतला मिली, उन्हीं की जुबानी सुनते। भट्टी साहब, बड़ा अफसोसनाक वाकया पेश आया। पहले तो तुहाडे महल्लेदार ने जी जी की किवें पता लगा तुहानू? मैं पेट्रोल पंप ते बैठा था जी, इतला आई, इन्होंने फोन आया भी ਤੁਹਾਡੀ ਬੱਚੀ ਦਾ ਡੈਥ ਬੜੀ ਪਈ ਉੱਥੇ, ਆਪਣੇ ਬੱਚੇ ਦੀ ਬਾਡੀ ਚੁੱਕ ਲਵਾ ਕੇ। ਅੱਛਾ। ਇਹ ਇੱਕ ਚਾਚਾ ਬੱਚੀ ਦਾ ਤੇ ਇੱਕ ਬੇਟਾ ਬਾਪ ਉਹਦਾ, ਦੋਵੇਂ ਗਏ ਨੇ। ਅਸੀਂ ਕੋਤੇ ਕਹਿੰਦੇ ਬਸ ਅਸੀਂ ਵੀ ਚਲੇ ਗਏ। ਅੱਛਾ। ਤੇ ਬਾਡੀ ਜਾਂਦੇ ਚੁੱਕ ਕੇ ਲੈ ਗਏ, ਬੱਚੀ ਡੈਥ ਹੋ ਚੁੱਕੀ ਸੀ। ਅੱਛਾ। ਇਹ ਮੁੰਡਾ ਦਾ ਸਿਸਟਰ ਆਪਣਾ ਕਜ਼ਨ ਵੀ, ਉਹਦਾ ਬਨੋਈ ਵੀ, ਇਹਨੇ ਫੋਨ ਕੀਤਾ ਸੀ। ਅੱਛਾ। ਇਹ ਬੱਚਾ ਵੀ ਉੱਥੇ ਮੌਜੂਦ ਸੀ।
ਇੱਕ ਚਾਚਾ ਤਾਇਆ ਬੱਚੇ ਦਾ ਉਹ ਵੀ ਗਿਆ ਮੇਰੇ ਨਾਲ, ਦੋਸਤ ਤਾਂ 2 ਹੋਰ 3 ਅਸੀਂ ਵੀ ਗਏ ਆ। ਪੁਲਿਸ ਵਾਲਿਆਂ ਸਹੀ ਤਾਮਨ ਕੀਤਾ ਸਾਡੇ ਦੇ ਨਾਲ, ਸਹੀ ਉਹਨਾਂ FIR ਦਿੱਤੀ ਏ। ਹੁਣ ਜੇ ਵੇ ਕਿ ਬੜੀ ਬਗੈਰਤੀ ਤੇ ਬੇਦਰਦੀ ਕੀਤੀ, ਬੇਦਰਦੀ ਨਾਲ ਮਾਰੇ ਬੱਚੀ ਨੂੰ, ਗੁੱਸੇ ਦੇ ਘੱਟ ਮਾਰ ਕੇ ਸ਼ਾਹਰਕ ਵੱਡੀ ਸਾਰੇ ਚੋਟਾਂ ਦਿੱਤੀਆਂ ਨੇ, ਕਲਾਈਆਂ ਦੇ ਮਾਰੇ ਸੀ ਉਸਲੇ। ਅੱਛਾ, ਐਡੀ ਬੇਦਰਦੀ ਬੜੀ ਬੇਦਰਦੀ ਨਾਲ ਮਾਰਿਆ ਉਹਦੇ 5 ਬੱਚੇ ਸਾਸੂ, ਉਹਨਾਂ ਦਾ ਅਨਾਥ ਮਸਲਾ ਸੀ ਘਰ ਦਾ, ਦੋਵੇਂ ਸੌਕਣਾ ਸਾਨੋ। ਅੱਛਾ, ਉਹ ਬਣਦਾ ਇੱਥੇ ਆ ਗਏ 5-10 ਦਫਾ ਕੋਈ ਸਾਡੇ ਮਹੱਲੇ ਦਾ ਨੇ ਇਕੱਠੇ ਇੱਕ ਤਾਂ ਰਹਿੰਦੇ ਆ, ਉਹਨੂੰ ਬੱਚੀ ਨੂੰ ਮਾਰ ਕੇ ਤੇ ਘਰ ਛੱਡਦਾ ਸੀ ਉਹ। ਅੱਛਾ, ਇਹ ਮਾਂ ਬਾਪ ਰੂਟੀਨ ਸੀ ਉਹਦੀ। ਅੱਛਾ। ਮਾਂ ਬਾਪ ਜਾਂਦੇ ਨੇ ਜਾ ਕੇ ਤਰਲਾ ਮਿੰਟ ਕਰਕੇ ਬੇਟੀ ਵਾਲੇ ਸਨ, ਇਹਨਾਂ ਦਾ ਬੇਟੀ ਤੇਰੇ ਨਿੱਕੇ ਨਿੱਕੇ ਬੱਚੇ ਤੁਸੀਂ ਬਸ ਇਹ ਧੱਕੇ ਉਹਦੇ ਵਾੜ ਹੁੰਦੇ ਸਨ, ਉਹ ਚੁੱਪ ਬੰਦੇ ਮਾਰ ਕੇ ਫਿਰ ਘਰ ਛੱਡਦਾ ਸੀ। ਇਹ ਰੂਟੀਨ ਬਣ ਗਈ ਸੀ ਉਹਨਾਂ ਦੀ, ਤੇ ਅਖੀਰ ਐਂਡ ਉਹਨੇ ਬੇਗਾਰਤੀ ਕਰ ਦਿੱਤੀ। ਸ਼ਾਦੀ ਜਦੋਂ ਹੋਈ ਉਹਦੇ ਤੋਂ ਬਾਅਦ ਹਾਲਾਤ ਠੀਕ ਸੀ ਇਹਨਾਂ ਦੇ? ਥੋੜੇ ਚਿਰ ਠੀਕ ਰਹੇ ਨੇ, ਅਸਲ ਇਹ ਧੋਖੇ 'ਚ ਰਹੇ ਨੇ। ਇਹਨਾਂ ਨੂੰ ਪਤਾ ਨਹੀਂ ਪਹਿਲੀ ਸ਼ਾਦੀ ਦਾ, ਇਹਨਾਂ ਨੂੰ ਪਤਾ ਸੀ ਮਾਂ ਬਾਪ ਨੂੰ। ਇਹ ਕਰਦਾ ਟਰਾਲੀਆਂ ਦਾ ਕੰਮ, ਬੱਚੀ ਦਾ ਜਿਹੜਾ ਮੁਸਤਫਾ ਹੈ, ਸਹੀ ਮਿਰਚੀਆਂ ਸੁੱਟਦਾ, ਮਜ਼ਦੂਰੀ ਕਰਦਾ। ਤੀਸਰੇ ਬੰਦੇ ਵਿੱਚ ਪੈ ਕੇ ਡਰਾਮਾ ਕਰਕੇ ਸ਼ਾਦੀ ਕਰਵਾਤੀ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪਹਿਲੀ ਸ਼ਾਦੀ ਬੱਚੇ ਦੀ ਹੈ। ਉਹ ਬੱਚੇ ਉਹਦੇ ਜਵਾਨ ਨੇ, ਉਹਦੇ ਪਹਿਲੀ ਬੀਵੀ ਦੇ ਵਿੱਚ ਉਹ ਸ਼ਾਦੀशुदा ਨੇ, ਉਹ ਸ਼ਾਦੀशुदा ਵੀ ਨੇ। ਅੱਛਾ, ਉਹ ਫਿਰ ਨਚਾਕੀ ਤੇ ਹੁੰਦੀ ਤੁਹਾਨੂੰ ਪਤਾ ਜ਼ਿਆਦਾ ਹੋ ਜਾਂਦੀ ਹੈ, ਤੇ ਐਂਡ ਫਿਰ ਆ ਗਿਆ ਬੜੀ ਬੇਦਰਦੀ ਨਾਲ ਮਾਰ ਕੇ ਬੱਚੀ ਨੂੰ ਜ਼ਿਬਾ ਕਰਤਾ ਸ਼ਾਹਰਕ ਵੱਟੀ। ਓਏ ਹੋਏ ਹੋਏ। ਤੇ ਕੀ ਇਹਦੇ ਪਿੱਛੇ ਵਜੂਹਾਤ ਹੈ ਪੱਟੀ? ਵਜੂਹਾਤ ਇਹੀ ਚੱਲਦੀ ਹੈ ਜੀ, ਲੜਾਈ ਝਗੜਾ, ਘਰੇਲੂ ਨਚਾਕੀ, ਸੌਕਣਾ ਦਾ। ਬੱਚੇ ਜਵਾਨ, ਇਹਦੇ ਬੱਚੇ ਮਾਸ਼ਾਅੱਲਾ ਬੱਚੇ ਮਦਰ ਦੇ 5 ਬੱਚੇ ਸਨ, ਤੇ ਤੁਹਾਨੂੰ ਪਤਾ ਘਰ ਦੀ ਕਾਫੀ ਜੀ ਸਨ। ਸਹੀ, ਬੱਚੇ ਜਿਹੜੇ ਸਨ ਪਹਿਲੀ ਬੀਵੀ ਦੇ ਉਹ ਵੀ ਸ਼ਾਦੀशुदा ਸਨ, ਉਹਨਾਂ ਦੇ ਬੀਵੀਆਂ, ਉਹਦਾ ਪਿਓ, ਉਹਦਾ ਭਰਾ, ਉਹਦੀਆਂ ਭਰਜਾਈਆਂ, ਤੇ ਘਰ ਇੱਕ ਹੀ ਸੀ। ਸਹੀ, ਤੋਂ ਰੌਲਾ ਪੈਂਦਾ ਜਨਾਬ। ਤੁਸੀਂ ਜਦੋਂ ਗਏ ਹੋ ਥਾਣੇ ਗਏ ਹੋ? ਜੀ ਮੈਂ ਥਾਣੇ ਗਿਆ। ਹਾਂ, ਥਾਣੇ ਜਾ ਕੇ ਉਹ ਮੁਲਜ਼ਮ ਨੂੰ ਵੀ ਵੇਖਿਆ ਵੁਖਿਆ? ਮੁਲਜ਼ਮ ਬਾਹਰ ਵੇਖਿਆ ਮੈਂ। ਅੱਛਾ, ਜਦੋਂ 2 ਫੇਰੇ ਲੰਘਿਆ ਨਾ, ਅੰਦਰ ਬਾਹਰ ਪਾਸ਼ਾ ਤਾਂ ਬਾਹਰ ਬੈਠੇ ਸਨ। ਉਹਨੇ ਕਿਹਾ ਫਿਰ ਮੈਂ ਜਨਾਬ ਮਿਹਰਬਾਨੀ ਕਰ ਰਿਹਾ ਫਾਈਲ ਦਿਓ, ਉਹਨਾਂ ਦੇ ਦੇਣੇ ਵਾਲਾ ਮੁਰਸ਼ੀ ਨੂੰ ਕਿਹਾ ਫਾਈਲ ਦੇ ਦਿਓ। ਉਹਨਾਂ ਫਿਰ ਲੱਗ ਪਿਆ, ਲੇਕਿਨ ਮੈਂ ਲੰਘਿਆ ਬੈਠਾ ਸੀ ਆਪਣੇ ਹਵਾਲਾਤ ਦੇ ਵਿੱਚ। ਅੱਛਾ, ਬੜੇ ਈਜ਼ੀ ਤਰੀਕੇ ਨਾਲ, ਕੋਈ ਪਛਤਾਵਾ ਨਹੀਂ, ਕੋਈ ਪਛਤਾਵਾ, ਕਿਉਂਕਿ ਬੰਦਾ ਬੜਾ ਪਰੇਸ਼ਾਨ ਹੋ ਜਾਂਦਾ ਹੈ। ਚਲੋ ਵਕਤੀ ਤੌਰ ਤੇ ਗੁੱਸਾ ਹੁੰਦਾ, ਬਾਅਦ ਬੰਦਾ ਪਰੇਸ਼ਾਨ ਹੁੰਦਾ ਹੈ। ਮੈਂ ਸਮਝਦਾ ਹੁਣ ਕੋਈ ਪਰੇਸ਼ਾਨੀ ਨਹੀਂ। ਤੀਸਰਾ ਪਰ ਵਾਪਸ ਮੈਂ ਬੈਠ ਖਾਣਾ ਖਾਂਦਾ ਲੱਗਿਆ, ਈਜ਼ੀ ਸੀ ਬਿਲਕੁਲ ਹਵਾਲਾਤ ਦੇ ਵਿੱਚ। ਹਾਂਜੀ, ਕਤਲ ਕਰਨ ਤੋਂ ਬਾਅਦ ਅਸਾਂ ਕੋਈ ਗੱਲ ਨਹੀਂ ਕੀਤੀ ਕਿਸੇ ਕਿਸਮ ਦੀ। ਸਹੀ ਹੈ। ਇਹ ਕਤਲ ਦੀ ਵਾਰਦਾਤ ਉਹਨੇ ਇਕੱਲੇ ਨਹੀਂ ਕੀਤੀ? ਹਾਂ ਜੀ, ਉਹਨੇ ਇਕੱਲੇ ਨਹੀਂ ਕੀਤੀ। ਇਕੱਲੇ ਨਹੀਂ ਕੀਤੀ, ਤੇ ਪੁਲਿਸ ਨੇ ਠੀਕ ਤਾਮਨ ਕੀਤਾ? ਨਹੀਂ, ਪੁਲਿਸ ਨੇ ਸਹੀ ਤਾਮਨ ਕੀਤਾ। ਠੀਕ ਹੈ। ਕਿੰਨੀ ਦੇਰ ਬਾਅਦ ਫੜ ਲਿਆ ਸੀ ਪੁਲਿਸ ਨੇ ਉਹਨੂੰ? ਅਸੀਂ ਜਿਹੜੇ ਵਾਪਸ ਆਏ ਨਾ, 1.5 ਘੰਟੇ ਬਾਅਦ ਮੁੰਡਾ ਵਾਲਾ ਸੀ ਬੈਠਾ ਸੀ। ਸਹੀ, ਉਹ ਫੜ ਕੇ ਲੈ ਆਇਆ ਸੀ। ਕੀ ਭੱਟੀ ਸਾਹਿਬ ਵੇਖਦੇ ਹੋ ਕੀ ਹੋਣਾ ਚਾਹੀਦਾ ਹੈ, ਤੇ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਇਹਦੇ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਹੈ? ਅਕਸਰ ਔਕਾਤ ਬੱਚੀਆਂ ਨੂੰ ਐਵੇਂ ਹੀ ਮਾਰਦੇ ਨੇ ਉਹਨਾਂ ਦੇ ਬੰਦੇ, ਤੇ ਕਤਲ ਦੀਆਂ ਵਾਰਦਾਤਾਂ ਵੀ ਵੱਧਦੀਆਂ ਚੱਲੀ ਜਾ ਰਹੀਆਂ, ਔਰ ਆਪਣੀਆਂ ਹੀ ਬੀਵੀਆਂ ਨੂੰ ਕਤਲ ਕਰ ਰਹੇ ਨੇ। ਜੀ ਜੀ, ਇਹ ਕੋਈ ਪਹਿਲਾ ਬਕੂਆ ਨਹੀਂ ਹੈ, ਇਹਦੇ ਤੋਂ ਇਲਾਵਾ ਵੀ ਹੁੰਦੇ ਨੇ। ਤੇ ਕੀ ਇਹਦੇ ਪਿੱਛੇ ਵਜੂਹਾਤ ਕੀ ਨੇ? ਵਜੂਹਾਤ ਤਾਂ ਨਚਾਕੀਆਂ ਨੇ ਘਰਾਂ ਦੀ ਹੀ, ਤੁਹਾਡੇ ਸਾਹਮਣੇ ਜਿਹੜਾ ਹੋ ਗਿਆ ਬਕੂਆ। ਮਾੜੇ ਨੇ, ਗਰੀਬ, ਬਹੁਤ ਗਰੀਬ ਨੇ, ਟੁਕਰ ਲੱਭਦਾ ਕਰੀ ਨਹੀਂ ਲੱਭਦਾ, ਮਜ਼ਦੂਰੀ ਕਰਕੇ ਤੁਹਾਨੂੰ ਪਤਾ ਜੋ ਪਾਕਿਸਤਾਨ ਹਾਲਾਤ ਹੋਏ ਪਏ ਨੇ। ਇਹਨਾਂ ਦਾ ਬੜਾ ਜ਼ੁਲਮ ਮਗਰ ਜ਼ਿਆਦਤੀ ਬਹੁਤ ਜ਼ਿਆਦਾ ਹੋਈ ਹੈ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। सही, इंसाफ होना चाहिए, होना चाहिए इंशाल्लाह। सही है। नाज़रीन, हमारे साथ मजीद रिश्तेदार भी मौजूद हैं मकतूला के। ਤਾਇਆ ਹੋ ਤੁਸੀਂ? ਸਹੀ ਹੈ। ਕਿਵੇਂ ਪਤਾ ਲੱਗਾ ਤੁਹਾਨੂੰ? ਅਸੀਂ ਇੱਥੇ ਘਰ ਸੀ, ਸਾਨੂੰ ਪਤਾ ਲੱਗਾ ਕਿ ਤੁਹਾਡੀ ਤੀਜੀ ਕਤਲ ਹੋ ਗਈ। ਅੱਛਾ, ਅਸੀਂ ਉੱਥੇ ਗਏ ਆ, ਜਾ ਕੇ ਸੂਰਤ ਹਾਲ ਵੇਖੀਏ, ਬੇਦਰਦੀ ਦੇ ਨਾਲ ਸਾਰਾ ਬੜ ਛੜੀ ਗੱਲ ਨਹੀਂ ਹੁੰਦੀ ਸਾਡੇ ਕੋਲੋਂ। ਜਿਸ ਦਰਦੀ ਨਾਲ ਸਾਡੀ ਤੀਜੀ ਵੱਡੀ, ਬਸ ਉਹਨੂੰ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜੋ ਸਾਡੇ ਨਾਲ ਕੀਤਾ, ਉਹਨੇ ਸਾਡੀ ਬੱਚੀ ਨਾਲ, ਉਹਦੇ ਨਾਲ ਵੀ ਇੰਝ ਹੀ ਹੋਣਾ ਚਾਹੀਦਾ। ਜਿਸ ਤਰ੍ਹਾਂ ਸਾਡੀ ਬੱਚੀ ਨੂੰ ਮਾਰ ਮਾਰ ਕੇ ਸਿਰ ਚੋਂ ਕਲਾਈਆਂ ਤੇ ਖੂਨ ਉਹਨੇ ਕੱਢਿਆ, ਉਹਦਾ ਵੀ ਇੰਝ ਹੋਣਾ ਚਾਹੀਦਾ। ਬਸ ਐਡੀ ਬੇਦਰਦੀ ਨਾਲ ਮਾਰਿਆ, ਵੱਢ ਛੱਡਿਆ, ਵਜ੍ਹਾ ਕੋਈ ਨਹੀਂ। ਵਜ੍ਹਾ ਕੋਈ ਨਹੀਂ। 5 ਬੱਚੇ ਨੇ ਉਹਦੇ, ਵਜ੍ਹਾ ਕੋਈ ਨਹੀਂ। ਸਹੀ। ਤੇ ਉਹ ਬੱਚੇ ਕਿੱਥੇ ਨੇ? ਉਧਰ ਹੀ ਬੱਚੇ ਉਹਨਾਂ ਦੇ ਕੋਲ ਹੀ। ਸਹੀ। ਉਹ ਲੈਣ ਦੀ ਨਹੀਂ ਕੋਸ਼ਿਸ਼ ਵੀ ਕੀਤੀ? ਨਹੀਂ ਕੁਛ। ਤੇ ਪਹਿਲੇ ਵੀ ਮਾਰਦਾ ਰਹਿੰਦਾ ਸੀ? ਪਹਿਲੇ ਵੀ ਮਾਰਦਾ ਰਹਿੰਦਾ ਸੀ। 2-3 ਵਾਰ ਅਸੀਂ ਰਿਸ਼ਤੇਦਾਰ ਆ, ਚਾਚਾ ਮੈਂ, ਪਹਿਲੇ ਸੁਣਿਆ ਕਿ 2-3 ਵਾਰੀ ਬੇਦਰਦੀ ਨਾਲ ਮਾਰਿਆ। ਸਹੀ ਹੈ। ਤੁਸੀਂ ਕਿੱਥੇ ਹੈਗੇ ਸੀ ਜਦੋਂ ਇਤਲਾਹ ਮਿਲੀ ਤੁਹਾਨੂੰ? ਅਸੀਂ ਪਿੰਡੀ ਸਾਹਿਬ ਨੂੰ। ਅੱਛਾ। ਅਸੀਂ ਘਰ ਕਿੰਨੇ ਦੱਸਿਆ? ਮੇਰੀ ਸਾਡੇ ਭਾਈ ਛੋਟੇ ਨੇ ਫੋਨ ਕੀਤਾ ਕਿ ਤਾਇਆ ਉਹ ਤਾਏ ਦੀ ਬੇਟੀ ਕਤਲ ਹੋ ਗਈ। ਅਸੀਂ ਫਿਰ ਫੋਨ ਕਰਕੇ ਫਿਰ ਪਹੁੰਚੇ। ਹਾਂਜੀ, ਫਿਰ ਪਹੁੰਚੇ। ਅਸੀਂ ਤਹਿਸੀਲ ਹਸਪਤਾਲ ਪਹੁੰਚੇ।
ਕੀ ਮੁਤਾਲਬਾ ਹੈ ਤੁਹਾਡਾ? ਸਾਡਾ ਤਾਲਬਾ ਇਨਸਾਫ ਮਿਲਣਾ ਚਾਹੀਦਾ, ਇਨਸਾਫ ਮਿਲਣਾ। ਇਨਸਾਫ ਮਿਲਣਾ ਚਾਹੀਦਾ। ਪੁਲਿਸ ਠੀਕ ਕੰਮ ਕਰ ਰਹੀ? ਹਾਂਜੀ ਪੁਲਿਸ ਸਹੀ ਕੰਮ ਕਰ। ਸਹੀ ਹੈ। ਭਾਈ ਤੁਸੀਂ ਕੀ ਕਹੋਗੇ, ਕੀ ਰਿਸ਼ਤਾ ਸੀ ਬੱਚੀ ਨਾਲ? ਮੇਰੀ ਸਾਲੀ ਸੀ, ਅੱਛਾ ਭੈਣਾਂ ਵਰਗੀ ਗੱਲ ਹੈ। ਜਿਹੜਾ ਰਿਸ਼ਤਾ ਹੈ ਦੁਨੀਆਦਾਰੀ ਤੇ ਉਹਨੂੰ ਅਪਣਾਉਣਾ ਪੈਂਦਾ ਹੈ। ਉਹਦੇ 'ਚ ਇਹ ਕਿ ਮੈਂ ਉੱਥੋਂ ਗੁਜ਼ਰ ਰਿਹਾ ਸਾਂ, ਠੀਕ ਅੱਛਾ ਹੈ। ਤੁਸੀਂ ਗੁਜ਼ਰ ਰਹੇ? ਹਾਂਜੀ ਮੈਂ ਹੀ ਗੁਜ਼ਰ ਰਿਹਾ ਸਾਂ। ਅੱਛਾ ਇਸ ਤਰ੍ਹਾਂ ਜਿਸ ਤਰ੍ਹਾਂ ਜੂਮ ਹੁਣ ਖੜਾ ਨੇ, ਇਸ ਤਰ੍ਹਾਂ ਜੂਮ ਲੱਗਾ ਹੈ ਤੇ ਮੈਂ ਕਿਹਾ ਸ਼ਾਇਦ ਉਹ ਪਤਾ ਨਹੀਂ ਕੀ ਵਜ੍ਹਾ ਹੈ ਕਿ ਜਿੰਦੀ ਵਜ੍ਹਾ ਤੋਂ ਲੋਕ ਇਹਨੇ ਇਕੱਠੇ ਹੋਏ ਨੇ। ਇਹ ਪਤਾ ਸੀ ਕਿ ਘਰ ਹੈਗਾ ਇਹ ਹੈ? ਘਰ ਹੋਈ ਹੈ, ਹਾਂ। ਠੀਕ ਹੈ। ਮੈਂ ਆਪਣੀ ਬਾਈਕ ਖੜੀ ਕੀਤੀ ਹੈ, ਜਲਦੀ ਨਾਲ ਉਤਰ ਕੇ ਅੰਦਰ ਗਿਆ ਤੇ ਦੇਖਿਆ ਤੇ ਜਿਹੜਾ ਇਫਤਖਾਰ ਹੈ ਮੁਜਰਮ, ਜਿਹੜਾ ਕਾਤਲ ਹੈ ਬੱਚੀ ਦਾ, ਉਹਨੇ ਇੱਕ ਹੱਥ ਦੇ ਵਿੱਚ ਉਸ ਤਰ੍ਹਾਂ ਫੜਿਆ ਹੈ, ਇੱਕ 'ਚ ਲਾਠੀ ਹੈ, ਇੱਕ ਨੇ ਲਾਠੀ ਮਾਰਦਾ ਹੈ, ਕਦੀ ਉਸ ਤਰ੍ਹਾਂ ਪਸ਼ ਲਾਉਂਦਾ ਪਿਆ ਬੱਚੀ ਨੂੰ। ਮੈਂ ਉਹਦਾ ਹੱਥ ਰੋਕਣ ਦੀ ਕੋਸ਼ਿਸ਼ ਕੀਤੀ, ਮੈਂ ਕਿਹਾ ਯਾਰ ਬੈਠ ਕੇ ਜਿਹੜਾ ਮਾਮਲਾ ਤੇ ਬਹਿ ਕੇ ਗੱਲ ਕਰ ਲੈਂਦੇ ਆ, ਇਹ ਅੱਛੀ ਗੱਲ ਨਹੀਂ ਹੈ। ਉਦੋਂ ਜ਼ਿੰਦਾ ਸੀ ਬੱਚੀ? ਹਾਂਜੀ। ਅੱਛਾ ਉਹਦੇ 'ਚ ਨਹੀਂ ਬੱਚੀ ਜ਼ਿੰਦਾ ਨਹੀਂ, ਬੱਚੀ ਡੈਥ ਹੋ ਗਈ ਜਦੋਂ ਮੈਂ ਪਹੁੰਚੇ ਨਾ। ਅਸੀਂ ਹਾਂ ਯਾਨੀ ਕਿ ਪਤਾ ਚੱਲਿਆ ਕਿ ਐਸੈਂਸਾਂ ਕਰਦਾ ਪਿਆ। ਹਾਂ ਅਸੀਂ ਉੱਥੇ ਮੌਕੇ ਤੇ ਜਦੋਂ ਪਹੁੰਚੇ ਆ, ਯਾਨੀ ਕਿ ਵੇਖਿਆ ਬਾਂ ਵੇਖ ਕੇ ਤੇ ਕਿ ਨਾਲ ਇਹਦਾ ਮੈਂ ਫੌਰੀ ਇਹਨਾਂ ਨੂੰ ਫੋਨ ਕੀਤਾ ਕਿ ਇਹ ਮਸਲਾ ਹੈ, ਤੁਸੀਂ ਲਿਆਦਾ ਉੱਥੇ ਪਹੁੰਚੋ। ਠੀਕ ਹੈ, ਇਹ ਉੱਥੇ ਪਹੁੰਚੇ ਨੇ, ਇਹ ਵੀ ਪਹੁੰਚੇ ਨੇ, ਅਸੀਂ ਵੀ ਪਹੁੰਚੇ ਹਾਂ। ਫਿਰ ਜੋ ਵੀ ਮਾਮਲਾ ਸੀ, ਬੱਚੀ ਉਸ ਟਾਈਮ ਜਿਹੜੀ ਹੈ ਨਾ ਉਹਦੀ ਜਾਨ ਨਿਕਲ ਚੁੱਕੀ ਸੀ ਔਰ ਪੁਲਿਸ ਵੀ ਫੌਰੀ ਆ ਗਈ, ਮੁਜਰਮ ਨੂੰ ਗ੍ਰਿਫਤਾਰ ਕਰਕੇ ਤੇ ਉਹ ਲਿਆਦਾ ਥਾਣੇ ਲੈ। ਸਹੀ ਹੈ। ਤੇ ਕਿਉਂ ਇਹ ਕਰਤਾ ਉਹਨੇ, ਜ਼ਾਲਮ ਨੇ? ਇਹ ਜ਼ਾਲਮ ਨੇ ਦੇਖੋ ਜੀ, ਇੱਕ ਤੇ ਤੁਹਾਡੇ ਸਾਹਮਣੇ ਕਿ 2 ਬੀਵੀਆਂ ਸੀ ਹੁੰਦੀਆਂ। ਸਹੀ ਹੈ। ਠੀਕ ਹੈ, ਕੰਮ ਕੋਈ ਵੀ ਨਹੀਂ ਸੀ ਹੈਗਾ ਉਹਦੇ ਕੋਲ। ਠੀਕ ਹੈ, ਬਿਲਕੁਲ। ਪਹਿਲੇ ਤੇ ਭੱਠਾ ਸੀ ਜਦੋਂ ਇਹਨਾਂ ਨੇ ਸ਼ਾਦੀ ਕੀਤੀ? ਜਦੋਂ ਭੱਠਾ ਸੀ, ਉਹਦੇ ਤੋਂ ਬਾਅਦ ਕੋਈ 5-6 ਮਹੀਨੇ ਲਾ ਲਓ, ਕੋਈ ਸਾਲ ਲਾ ਲਓ, ਨਿਜ਼ਾਮ ਠੀਕ ਚੱਲਿਆ। ਉਸ ਤੋਂ ਬਾਅਦ ਯਾਨੀ ਕਿ ਜਦੋਂ ਉਹਨਾਂ ਦਾ ਮਾਮਲਾ ਬਿਲਕੁਲ ਓਵਰ ਡਾਊਨ ਹੋ ਗਿਆ, ਕੋਈ ਕਾਰੋਬਾਰ ਨਹੀਂ ਰਿਹਾ ਉਹਦੇ ਵਿੱਚ, ਯਾਨੀ ਕਿ ਪਹਿਲੀ ਬੀਵੀ ਨਾਲ ਵੀ ਉਹਦਾ ਐਡਾ ਜਿਹੜਾ ਕਿ ਨਾ ਜਦੋਂ ਸ਼ਾਦੀ ਕੀਤੀ ਸੋ ਉਹਨੂੰ ਵੀ ਖਰਚ ਨਹੀਂ ਦਿੰਦਾ ਰਿਹਾ, ਕਿਤੇ ਬਾਹਰ ਅੰਦਰ ਰਹਿੰਦਾ ਰਿਹਾ। ਠੀਕ ਹੈ, ਉਹ ਯਾਨੀ ਕਿ ਇਹਨਾਂ ਨੂੰ ਬਜ਼ੁਰਗਾਂ ਨੂੰ ਯਾਨੀ ਕਿ ਮਿੱਟੀ ਦਾ ਕੰਮ ਕਰਦੇ ਸਨ, ਇਹਨਾਂ ਨੂੰ ਉਹਨਾਂ ਫਸਾਇਆ, ਫਸਾ ਕੇ ਤੇ ਯਾਨੀ ਕਿ ਗਿਆ ਜੀ ਇਹਦੀ ਸ਼ਾਦੀ ਨਹੀਂ ਹੋਈ, ਇਸ ਤਰ੍ਹਾਂ ਇਹ ਬੱਚੇ ਵਗੈਰਾ ਨਹੀਂ ਹੈਗੇ, ਲਿਹਾਜ਼ਾ ਇਹ ਚਲੋ ਉਹਨਾਂ ਦੀਆਂ ਗੱਲਾਂ 'ਚ ਆ ਗਏ, ਇਹਨਾਂ ਨੇ ਸ਼ਾਦੀ ਨੂੰ ਕਨਵਰਟ ਕਰ ਲਿੱਤਾ। ਮੇਰੇ ਨਾਲ ਇਹਨਾਂ ਨੇ ਗੱਲ ਕੀਤੀ, ਮੈਂ ਇਹਨਾਂ ਨੂੰ ਉਦੋਂ ਸਮਝਾਇਆ ਕਿ ਵੇਖੋ ਇਹ ਨਾ ਨਹੀਂ ਬਣਦਾ ਹੈਗਾ ਤੇ ਤੁਸੀਂ ਇਹ ਰਿਸ਼ਤਾ ਕਾਇਮ ਨਾ ਕਰੋ। ਇਹਨਾਂ ਕਹਿੰਦੇ ਨਹੀਂ ਬਹੁਤ ਸਿਫਾਰਿਸ਼ਾਂ ਮਿਲੀਆਂ ਨੇ, ਬੰਦਾ ਅੱਛਾ ਹੈ ਮੁੰਡਾ, ਚਲੋ ਕੋਈ ਗੱਲ ਨਹੀਂ। ਲੇਕਿਨ ਉਹਦੇ ਤੋਂ ਠੀਕ 1 ਸਾਲ ਬਾਅਦ ਜਿਹੜੇ ਨੇ ਸਾਰੇ ਮਾਮਲਾਤ ਬਿਲਕੁਲ ਹੀ ਆਊਟ ਹੋ ਗਏ। ਅੱਛਾ। ਤੇ ਖੁਦ ਉਹ ਕਰ ਕੁਛ ਨਹੀਂ ਸਕਦਾ, ਨਾ ਮਜ਼ਦੂਰੀ ਕਰਦਾ ਸੀ, ਸਿਰਫ ਘਰ ਬਹਿ ਕੇ ਲੜਾਈਆਂ ਝਗੜੇ, ਇਸ ਤੋਂ ਇਲਾਵਾ ਉਹਦੇ ਕੋਲ ਕੋਈ ਕੰਮ ਨਹੀਂ ਸੀ। ਬੱਚੀ ਇਹਨਾਂ ਕੋਲ ਆ ਕੇ 15-15 20-20 ਦਿਨ ਰਹਿੰਦੀ ਸੀ ਆਪਣੇ ਕੋਲੋਂ, ਉਹਨਾਂ ਨੂੰ ਖਰਚਾ ਦੇ ਕੇ ਭੇਜ ਦੇਣਾ ਕਿ ਚਲੋ ਕੋਈ ਗੱਲ ਨਹੀਂ, ਬੱਚਿਆਂ ਨੂੰ ਵੇਖੋ ਆਪਣੇ ਕਿ ਕੋਈ ਨਹੀਂ, ਅੱਲਾ ਇਨਸ਼ਾਅੱਲਾ ਤੁਹਾਡੇ ਹਾਲਾਤ ਬਦਲੇਗਾ। ਲੇਕਿਨ ਉਹਨੇ ਇਸ ਤਰ੍ਹਾਂ ਦੇ ਹਾਲਾਤ ਬਦਲੇ ਨੇ ਕਹਿੰਦੀ ਹੈ। ਜਦੋਂ ਮਾਰ ਕੇ ਭੇਜਦਾ ਸੀ ਉਦੋਂ ਵੀ ਪਤਾ ਲੱਗਦਾ ਸੀ? ਹਾਂਜੀ ਬਿਲਕੁਲ। ਵਿੱਚ ਪਏ ਉਹ ਕਦੀ ਸੁਲਾ ਸਫਾਈ ਦੇ ਜਾਂ ਭਜਵਾਨ ਵਾਸਤੇ ਕੀ ਗੱਲਾਂ ਹੋਈਆਂ? ਆਖਰੀ ਵਾਰੀ ਕੋਈ ਗੁਫ਼ਤਗੂ ਹੋਈ? ਤਾਂ ਗੱਲਾਂ ਇਹ ਹੋਈਆਂ ਕਿ ਯਾਨੀ ਕਿ ਉਹ ਕਿਸੇ ਵੀ ਕੰਮ ਨੂੰ ਸਮਝਦਾ ਨਹੀਂ ਸੀ, ਸਵਾਏ ਆਪਣੇ ਕੰਮ ਤੋਂ ਇਲਾਵਾ ਉਹਨੇ ਬਾਹਰ ਕੋਈ ਕੰਮ ਕੀਤਾ ਕੋਈ ਨਹੀਂ ਸੀ ਹੈਗਾ। ਤੇ ਉਹ ਤਾਂ ਕਿ ਨਾ ਤੇ ਕਿਤੇ ਹੋਰ ਕੰਮ ਕਰ ਸਕੇ, ਯਾਨੀ ਕਿ ਉਹਦੇ ਕੋਲ ਮਾਮਲਾ ਇਸ ਤਰ੍ਹਾਂ ਦਾ ਮਾਮਲਾ ਸੀ ਕਿ ਉਹਦੇ ਕੋਲ ਕਿਧਰੇ ਆਉਣ ਜਾਣ ਵਾਸਤੇ ਨਾ ਤੇ ਮੋਟਰਸਾਈਕਲ ਸੀ, ਆ ਜੋਬ ਵਾਸਤੇ ਹਾਲਾਤ ਖਰਾਬ ਹੋ ਗਏ ਸੀ ਬਹੁਤ ਜ਼ਿਆਦਾ। ਹਾਂਜੀ, ਤੇ ਐਸੇ ਵਜ੍ਹਾ ਤੋਂ ਇਹਨੂੰ ਮਾਰਦਾ ਰਹਿੰਦਾ ਸੀ। ਯਾਨੀ ਕਿ ਜਦੋਂ ਕੋਈ ਮਸਲਾ ਬਣਨਾ, ਲੋ ਜੀ ਤੇਰੀ ਵਜ੍ਹਾ ਤੋਂ ਇੰਜ ਹੋਇਆ ਜਾਂ ਫਲਾਣੀ ਦੀ ਵਜ੍ਹਾ ਤੋਂ ਇੰਜ ਹੋਇਆ, ਤੇ ਉਹ ਜਦੋਂ ਵੀ ਤਸ਼ੱਦਦ ਕਰਨੀ, ਬੱਚੀ ਇੱਥੇ ਆਈ ਯਾਨੀ ਠੀਕ ਹੈ, ਉਹ ਫਿਰ ਅਸੀਂ ਯਾਨੀ ਕਦੀ ਉਹਨੇ ਯਾਨੀ ਕਿ ਸਾਰੇ ਰਿਸ਼ਤੇਦਾਰ ਨੇ 2-4 ਵਾਰੀ ਉਹਨੂੰ ਭੇਜ ਕੇ ਆਏ ਨੇ ਬੱਚੀ। ਅੱਛਾ। ਤੇ ਲੇਕਿਨ ਇਹ ਇੱਕਦਮ ਸਿਰ ਯਾਨੀ ਕਿ ਉਹ ਇਸ ਤਰ੍ਹਾਂ ਦਾ ਮਾਮਲਾ ਤਾਂ ਬਣ ਗਿਆ ਜਿਹਦੀ ਵਜ੍ਹਾ ਤੋਂ ਉਹਨੇ ਸਾਰਾ ਨਿਜ਼ਾਮ ਖਰਾਬ ਕਰ ਛੜਿਆ। ਔਰ ਲਿਹਾਜ਼ਾ ਹੈ ਕਿ ਭਾਈਆਂ ਸਾਨੂੰ ਇਨਸਾਫ ਚਾਹੀਦਾ ਹੈ। ਬੱਚੀ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਹੋਈ ਹੈ। ਵੇਖੋ ਇੰਨਾ ਜ਼ੁਲਮ ਸਤਮ अगर इंसान करने लगेगा तो कल बच्चियां ने की करेंगे। बिल्कुल जी। नाज़रीन, मकतूला के भाई भी हमारे साथ मौजूद हैं, उनकी ज़ुबानी भी जान लेते हैं उनको कैसे ये कत्ल की इतला मिली और वो क्या मुतालबा करते हैं। भाई बड़ा अफसोसनाक वाक़या है ते तुहाडे तो वड्डे सी छोटे सी? मेरे तो वड्डे सी। वड्डे सी सिस्टर, ठीक है। ते कदों शादी कीती? शादी नाल कीती सी? 14-15 साल हो गए ने, ठीक है। ਤੇ ਜਦੋਂ ਫੌਤ ਹੋਏ ਦੀ ਇਤਲਾਹ ਮਿਲੀ ਨਾ, ਮੈਂ ਤੇ ਅੱਬੂ ਮੇਰੇ ਜਾ ਰਹੇ ਸਾਂ ਇੱਧਰ ਪਿੰਡੀ ਦਾ ਸੀ। ਅੱਛਾ। ਤੇ ਅੱਬੂ ਹੋਰਾਂ ਨੂੰ ਫੋਨ ਆਇਆ ਹੀ, ਕੰਮ ਜਾ ਰਹੇ ਸਾਂ। ਫੋਨ ਆਇਆ ਤੇ ਉਹਨਾਂ ਦੱਸਿਆ, ਪਤਾ ਨਹੀਂ ਆ ਭਾਈ ਨੇ ਦੱਸਿਆ ਇਹਨਾਂ ਨੂੰ, ਮੈਨੂੰ ਨਹੀਂ, ਮੈਂ ਮੇਰੇ ਕੋਲ ਫਿਰ ਰਕਸ਼ਾ ਚਲਾਉਣਾ। ਅੱਛਾ। ਰਕਸ਼ਾ ਫਿਰ ਚੱਲੇ ਨਹੀਂ ਆ ਅੱਬੂ ਨਹੀਂ, ਮੈਂ ਜੀ ਵਾਪਸ ਚੱਲੀ, ਮੈਂ ਖੈਰ ਤੇ ਆਇਆ। ਇਹਨਾਂ ਦੱਸਿਆ, ਫਿਰ ਘਰ ਆਏ ਵਾਪਸ, ਫਿਰ ਉੱਥੇ ਗਏ ਆ ਤੇ ਉਹਨੇ ਦੱਸਿਆ ਵੀ ਇੰਜਨ ਜਿਹੜਾ ਨਾ ਮਸਲਾ ਬਣ ਗਿਆ, ਉਹਨਾਂ ਨਾਲ ਇਸ਼ਤਿਹਾਰ ਨੇ ਮਾਰ ਦਿੱਤਾ ਭੈਣ ਤੇ ਨੂੰ। ਅੱਛਾ। ਹਾਂਜੀ। ਉਹ ਸੁਣਿਆ ਵੀ ਕਿਵੇਂ ਮਾਰਿਆ ਉਹਨਾਂ, ਮਤਲਬ ਮੈਂ ਵੇਖਿਆ ਨਹੀਂ ਆ ਲਾਗੇ ਜਾ ਕੇ, ਮੇਰਾ ਹਿੰਮਤ ਨਹੀਂ ਪਈ। ਸਹੀ। ਉਹਨਾਂ ਫਿਰ ਇੱਥੋਂ ਗਲਾ ਜਿਹੜਾ ਨਾ ਇਹਨਾਂ ਨਾਲ ਵੱਢਿਆ,
ਹੋਏ ਹੋਏ ਠੀਕ ਹੈ। ਤੇ ਇੱਥੇ ਜਿਹੜੇ ਨਾ ਦੂਸਰੇ ਦੇ ਨਾਲ ਮਾਰੇ ਨੇ ਜੋ ਵੀ ਬਲੇਟ ਸਿਰ 'ਚ ਵੀ ਨਾ ਮਾਰਿਆ ਤੇ ਬਹੁਤ ਨਾ ਜ਼ੁਲਮ ਕੀਤਾ ਹੈ। ਠੀਕ ਹੈ, ਤੇ ਸਾਨੂੰ ਇਨਸਾਫ ਚਾਹੀਦਾ ਹੈ। ਮਿਹਰਬਾਨੀ ਹੈ। ਕਿਉਂ ਇੰਨਾ ਜ਼ੁਲਮ ਕੀਤਾ ਭਾਈ, ਕੀ ਵਜ੍ਹਾ ਜ਼ੁਲਮ ਭਾਈ ਹੈ, ਕੰਮ ਕੁਮ ਕਰਦੇ ਨਹੀਂ ਸੀ। ਅਸੀਂ ਘਰੋਂ ਜਿਹੜਾ ਨਾ ਆਟਾ ਚੌਲ ਸਬਜ਼ੀ ਵਗੈਰਾ ਦਿੰਦੇ ਰਹੇ ਹਾਂ। ਤੁਸੀਂ ਦਿੰਦੇ ਰਹੇ? ਅਸੀਂ ਦਿੰਦੇ ਰਹੇ ਹਾਂ। ਅੱਛਾ। ਪੈਸੇ ਵੀ ਦਿੰਦੇ ਰਹੇ। ਚਲੋ ਯਾਰ ਵਕਤ ਆ ਜਾਂਦਾ ਭੈੜਾ, ਚਲੋ ਆਸਤਾ ਆਸਤਾ ਹੋ ਜਾਏਗਾ ਸੈੱਟ। ਆ ਭੂਰੀ ਮੈਂ ਵੀ ਜਦੋਂ ਜਾਣਾ ਉਦੋਂ ਪੈਸੇ ਦੇ ਕੇ ਆਣੇ, ਚੌਲ ਜੋ ਵੀ ਮਤਲਬ ਜਿੰਨੇ ਜੋ ਗਿਆ ਕਰਦੇ ਰਹੇ ਸਾਥ। ਚਲੋ ਯਾਰ ਵਕਤ ਬਦਲ ਜਾਏਗਾ। ਸਹੀ ਹੈ। ਲੇਕਿਨ ਉਹਨਾਂ ਬੜਾ ਜ਼ੁਲਮ ਕੀਤਾ। ਠੀਕ ਹੈ। ਸਿਸਟਰ ਕੀ ਦੱਸਦੀ ਹੁੰਦੀ ਸੀ ਜਦੋਂ ਮਤਲਬ ਸਿਸਟਰ ਜਦੋਂ ਆਂਦੀ ਸੀ ਉਦੋਂ ਆਂਦੀ ਸੀ ਭਾਈ ਮੈਂ ਇੱਥੇ ਜਿਹੜਾ ਨਾ ਖਰਚਾ ਨਹੀਂ ਦਿੰਦਾ, ਮੈਨੂੰ ਇੰਜ ਮਾਰਦਾ ਝਿੜਕਦਾ। ਠੀਕ ਹੈ। ਤੇ ਵਿਹਲਾ ਕੰਮ ਤੁਹਾਨੂੰ ਪਤਾ ਇੱਕ ਦਿਹਾੜੀ ਟੋਟੀ ਜੇ ਨਾਲ ਨਿਕਾਲਦੀ। ਤੇ ਵਿਹਲਾ 4-5 ਬੱਚੇ ਸਨ, ਬਾਲ ਵੀ ਭੁੱਖੇ ਭਾਣੇ, ਬਾਲਾਂ ਵੀ ਦੱਸਣਾ ਵੀ ਮਾਮੂ ਅਸੀਂ ਜਦੋਂ ਰੋਟੀ ਨਹੀਂ ਲੱਭਦੀ ਹੈ। ਤੇ ਸਾਨੂੰ ਇਨਸਾਫ ਚਾਹੀਦਾ ਸਾਥੀ। ਸਹੀ ਹੈ। ਪੁਲਿਸ ਹੁਣ ਤੱਕ ਠੀਕ ਤਾਂ ਬੰਦਾ? ਹਾਂਜੀ, ਪੁਲਿਸ ਠੀਕ ਕਰਦੀ ਪਈ ਤਾਂ। ਸਹੀ ਹੈ। ਉਹਦੇ ਤੇ ਹੀ ਪਰਚਾ ਕਰਾਇਆ ਉਹਨੇ ਕੀਤਾ ਹੈ ਸਭ ਕੁਝ? ਹਾਂਜੀ, ਉਹਨੇ ਕੀਤਾ। ਸਹੀ ਹੈ। ਤੇ ਮੁਤਾਲਬਾ ਹੈ ਕਿ ਸਜ਼ਾ ਹੋਣੀ ਚਾਹੀਦੀ? ਸਜ਼ਾ ਹੋਣੀ ਚਾਹੀਦੀ ਹੈ। ਸਾਨੂੰ ਇਨਸਾਫ ਮਿਲ, ਜਿਵੇਂ ਸਾਡੀ ਭੈਣ ਨੂੰ ਮਾਰੇ ਜਦੋਂ ਨਾ ਹੋਣਾ ਚਾਹੀਦਾ। बिल्कुल, उन्हें सजा मिलनी चाहिए। नाजरीन, बड़ा दुरुस्त मुतालबा है। चाचू हैं बच्ची के, इनसे भी बात करते हैं। जी की कहोगे बड़े हो तुसी, की मुतालबा है? गल दे भी सानू इंसाफ मिलना चाहिए। सही है। साडे ते बोलण तो ही बजा रहा थी। छिंदी ती बड़े हालां नाल पाली सी ते ਜਦੋਂ ਆਂਦੇ ਸਨ, ਜਦੋਂ ਅਸੀਂ ਪਹੁੰਚੇ ਨਾ ਸਾਨੂੰ ਦੇਖਿਆ ਨਹੀਂ ਸੀ ਜਾਂਦਾ। ਗਲਾ ਟੁੱਟਿਆ, ਡਰਦਾ ਬਲੇਡ ਵੱਜੇ, ਸਿਰ 'ਚ ਮਾਰੇ, ਦੇਖਿਆ ਨਹੀਂ ਸੀ ਜਾਂਦਾ। ਜਦੋਂ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਪਤਾ ਹੈਗਾ ਸੀ ਕਿ ਇੰਜ ਵੀ ਹੋ ਸਕਦਾ? ਨਹੀਂ ਜੀ, ਇਹ ਇੱਥੋਂ ਤੀਕਰ ਤੇ ਉਮੀਦ ਹੀ ਨਹੀਂ ਸੀ ਨਾ ਵੀ ਇਹ ਵੀ ਕੰਮ ਹੋਏਗਾ। ਵੀ ਹਰ ਸ਼ਾਇਦ ਸਮਝਾਉਣਾ ਵੀ ਉਹਨੇ ਸਾਰਾ ਕੁਝ, ਜਦੋਂ ਲੜਕਿਆਂ ਨਾਲ ਭੇਜਣਾ, ਕਦੀ ਮੈਨੂੰ ਕਹਿਣਾ ਜਾ ਭਤੀਜੀ ਨੂੰ ਛੱਡਿਆ, ਮੈਂ ਠੀਕ ਹੈ ਭਾਈ ਛੱਡ ਆਉਂਦਾ, ਸਮਝਾਣਾ ਠੀਕ ਹੈ ਜੀ ਹੁਣ ਨਹੀਂ ਇੰਜ ਹੋਏਗਾ। ਤੇ ਐਂਡ ਉਹਨੇ ਵੇਖੋ ਜੀ ਕੀ ਡਰਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ। नाजरीन, मकतूला के रिश्तेदारों का मुतालबा है कि मुलजिम को सख्त से सख्त सजा देनी चाहिए। जिस तरह उसने अपनी बीवी को बेदर्दी के साथ कत्ल किया है और अपने ही 5 बच्चों को के सर से उनकी माँ का साया छीन लिया, उसी तरह उसे सजा मिलनी चाहिए। और इन्होंने 15 साल कबल उस इफ्तिखार नामी शख्स के साथ शादी की थी, तब उसका भट्टा था, लेकिन आहिस्ता आहिस्ता वो भट्टा भी ख़त्म हुआ और वो जो है एक वक्त की रोटी भी देने से कासिर हो गया बीवी को, और बीवी को तशद्दुद का निशाना बनाता रहा। वो अक्सर औकात लड़के घर आ जाती थी, घर वाले दोबारा उसे घर बसाने के लिए वापस भेज देते थे, लेकिन इन्हें क्या मालूम था कि ये बच्ची का घर बसाते बसाते उसकी ज़िंदगी जो है वो गवा बैठेंगे। तो यही हुआ कि इफ्तिखार ने उसे बेदर्दी के साथ कत्ल कर दिया। इफ्तिखार भी गिरफ्तार है। मजीद अहले खाना क्या कहते हैं, पुलिस का मौक़िफ़ क्या है, वो भी आपको बताते हैं। नाज़रीन, इस वक्त हमारे साथ SHO सिटी मुरीद के वली हसन पाशा साहब मौजूद हैं, जिन्होंने चंद ही घंटों में अपनी बीवी को कत्ल करने वाले मुलजिम को गिरफ्तार कर लिया। क्या वारदात थी, वजूहात हैं क्या, किस तरह से गिरफ्तारी अमल में लाई गई, तफ्तीश का आगाज़ कैसे किया गया और अब उसका अंजाम क्या होगा, ये इन्हीं की ज़ुबानी आपको सुनाते हैं। बहुत शुक्रिया पाशा साहब, आपने वक्त दिया। पाशा साहब, बड़ा अफसोसनाक वाक़या हुआ है कि शख्स ने अपनी बीवी को बेदर्दी के साथ कत्ल कर दिया, गला काट दिया, बाजुओं पर जो निशान लगाए, कट लगाए, सर पे उसने वार किए। असल इतनी नफरत के पीछे वजूहात हैं क्या, किस तरह से इतला मिली, तफ्तीश का आगाज़ कैसे किया गया और फिर मुलजिम कैसे गिरफ्तार? जी, बिस्मिल्लाहिर्रहमानिर्रहीम। हुआ जिस तरह के मुझे 15 पे कॉल मसूल होती है कि इस तरह एक शख्स ने अपनी बीवी को बड़ी बेदर्दी से कत्ल कर दिया। तो जिस तरह हमारा होता है विद इन नोट ले, मैंने फौरी तौर पे टीम को अलर्ट किया। टीम वैसे अलर्ट होती, मेरी रूटीन की पेट्रोलिंग में थी, मैं भी यहाँ से निकल पड़ा। टीम को मैंने विद इन नोट ले वहाँ पे मूव करवाया। तो जब वहाँ पे पहुँचे तो देखा कि एक नौजवान, एक औरत थी जिसकी वो नाश वहाँ पे पड़ी हुई थी, जिसको बड़ी बेदर्दी से कत्ल किया गया था। उसके जिस्म पे काफ़ी ज़्यादा चोटों के निशान थे। इवन कि वहाँ पे एक डंडा पड़ा हुआ था जो 3-4 हिस्सों से टूटा हुआ था। अच्छा।
इतनी वैश्य इतनी से बुरी तरीके से वैश्याना तरीके से मारा। अच्छा। और एट द एंड जो उसकी नब्ज जो थी, इसका नब्ज यहाँ से यहाँ कलाई उसकी ये भी कटी हुई थी, ये राइट वाली भी कटी थी, लेफ्ट वाली भी कटी थी, और उसके बाद एट द एंड उसने क्या किया कि उसके गले पे शारक उसकी काट दी। ओहो हो। अच्छा पाशा साहब, मुलजिम फरार हो चुका था कत्ल की वारदात के बाद? जी बिल्कुल, एक्चुअली इसके जो बैकग्राउंड देखे ना, इसका मुलजिम फरार हो चुका था। इसकी 2 शादियाँ। अच्छा, 2 शादियाँ। इसकी पहली शादी में से 5-6 बच्चे हैं। अभी जब इसने दूसरी शादी की उसमें भी 5-6 बच्चे हैं। सही। उनकी वहाँ पे अब देखें, जब एक बंदे का बिजनेस नहीं है, फाइनेंशियली औरत को बंदे के साथ यही होता है कि उसके फाइनेंशियली जो मैटर्स हैं स्ट्रॉन्ग हो, वो स्ट्रॉन्ग हो। हाँ। इसके नहीं थे। सही। अल्टीमेटली लड़ाई होती है घर में, एक ही घर में 2 बीवियाँ, या तो खुशहाली हो, रिज़्क़ की फरावानी हो, पैसे की हो, मतलब हो हर चीज़, तो फिर तो चलता है सिलसिला। सही। और जब हो ही गुर्बत तो वहाँ पे लड़ाई होती होगी वहाँ पे, इस तरह के इश्यूज होंगे, तो इसका जो उसका नतीजा फिर आपके सामने है। सही है। ये जब दूसरी इसने शादी की तो हमारी, क्योंकि मकतूला के लवाकिन से भी बात हुई है, उनका कहना है कि तब उसका भट्टा था ईंटों वाला, लेकिन आहिस्ता आहिस्ता वो सब कुछ खत्म हो गया, बिका गया, और फिर इसके हालात खराब हो गए और तब से झगड़ा शुरू हुआ। बिल्कुल ऐसी है, जो भट्टे वाली बात वो सही कर रहे हैं, लेकिन बाद में इसका बिजनेस है वो अपना डिटीरियोरेशन का शिकार हो गया, बड़ा इस पे सवाल आया। तो वहाँ पे जो एक औरत, इसकी जो पहली बीवी है ना, और दूसरी जो बीवी थी जिसको इसने कत्ल किया है, इनकी दोनों में, जो मोहल्ले वालों से मैंने पूछा है कि इन दोनों के आपस में बहुत ज़्यादा टसल थी। अच्छा। इश्यूज थे इनके आपस में। ठीक है। तो अंडरस्टूड है कि इसकी तरफ से ज़्यादा होता होगा कि जो कत्ल होगी, कि आप मेरे साथ ट्रीट नहीं अच्छा करते या उसके साथ ज़्यादा ट्रीट करते। अब देखें, दोनों 5-5, 6-6 बच्चों की माएँ हैं। बिल्कुल ऐसा। अब उसने क्या ट्रीट करना और क्या करना क्या नहीं करना, एक देखें, लेकिन एक औरत की मेंटालिटी होती है, एक सोच होती है, कभी भी किसी सूरत में बर्दाश्त नहीं करती। हाँ, दूसरी औरत को बर्दाश्त नहीं करती। तो औरत का हमेशा बंदे से फाइनेंशियली होता है, और बंदे का औरत पे हमेशा ये उसके किरदार का होता है। सही है। ये इसमें भी किरदार वाला इशू है? हाँ, इसमें है। अगर इसकी ज़बानी जो ये जो मुलज़म है, अगर इसकी ज़बानी देखें, इसकी ज़बानी सुने, तो वो तो यही बात करेगा कि इसका करैक्टर ठीक नहीं था, कोई महल्ले का एक नौजवान था, उसके साथ इसके इलिसिट रिलेशंस थे। अच्छा। तो मतलब ये हर इसके बकौल, बिल्कुल इसके बकौल कि इसका करैक्टर ठीक नहीं था। अच्छा। तो महल्ले से भी मैं राइट लेफ्ट हमने पता किया, वहाँ भी इस किस्म की एविडेंसेस मिली हैं। हाँ, लेकिन जब इसके मकतूला के पेरेंट्स की बात करें तो वो यही कहते हैं कि इसके माली हालात जो बहुत ज़्यादा ख़राब हो चुके थे। पहले इसका बिज़नेस अच्छा था, लेकिन अब क्योंकि मतलब कि क्या कहते हैं, भूख थी, गुर्बत थी, अफलास थी, जिसकी वजह से इनके आपस में रंजिश रहती थी, लड़ाई झगड़ा रहता था। अल्टीमेटली उसने अपनी बीवी को गुस्से में आकर कत्ल कर दिया। ठीक है पाशा साहब, जिस तरह से ये कत्ल किया गया है, यहाँ तो ऐसा हो सकता है कि मुलजिम जो है वो कोई नशा करता हो, क्या जिस बेदर्दी के साथ, जिस बेरहमी के साथ कत्ल किया गया, जैसे आपने बात की, जैसे एविडेंस भी मिले और इस मुलजिम का भी कहना है, फिर एक चीज़ बचती है वो है गैरत। तो ये इसके पीछे गैरत ही जो ये राग लाता है। इसके बकौल तो देखें गैरत ही है, इसके बकौल तो गैरत का इशू है, ये गैरत का ही आंसर पाया जाता है। सही। लेकिन जब इसके वो मकतूला के पेरेंट्स की बात करते हैं तो वो फिर और बात करते हैं, क्योंकि अभी ये फर्दर इन्वेस्टिगेशन है, अभी तफ्तीश जारी है। सही है। तो अभी 1-2 दिन तक इंशाल्लाह ये सारी स्टोरी क्लियर हो जाएगी। ठीक है। तो उसमें सारे ये एविडेंस सारे का एक सामने आ जाएंगे, किसने किस ग्राउंड पे, किस बेस पे उसको नाहक कत्ल किया है। ठीक है। अब तक जो इब्तदाई तफ्तीश हुई है मुलजिम से, वो क्या कहता है? दौरान तफ्तीश क्या इंकशाफ करता है? उसने कैसे कत्ल किया, कितने बजे इनका झगड़ा शुरू हुआ, किस तरह से मारा, क्या इसके साथ कोई और भी मुलव्विस है इस वारदात में? नहीं, इसमें ये जो एविडेंसेस हैं वहाँ पे लोगों से भी पता किया है कि कत्ल करने में ये अकेला ही शामिल था। ठीक है। लेकिन खतून है, एक मर्द है, खतून है, दोनों का मुकाबला नहीं किया जा सकता। सही। ठीक है ना। औरत को आप जिस तरह सनफ़े नाज़िक कहते हैं, सॉफ्ट सेक्सेस है, बिल्कुल ऐसे ही। तो उस लिहाज से देखें तो इसने अकेले नहीं सारा किया है। ठीक पहले इसने उसके ऊपर टॉर्चर किया है, बेइंतहा टॉर्चर किया, जिस तरह उसकी मेडिकल रिपोर्ट से भी यहाँ है। ठीक है। उसके बाद इसने जब उसको बिल्कुल अपनी वहशत इसकी जब एंड पे पहुंची, पीक पे पहुंची, अपने अंजाम इसने अपनी वहशत को अंजाम देने की कोशिश की, तो फिर इसने वो रेज़र का इस्तेमाल किया, जो उस तरह इसने इस्तेमाल किया है। तो उससे फिर इसने उसकी शारा काट दी, उसकी कलाई काट दी, राइट काटी, बाई काटी।
फिर ये कत्ल करके फरार हो गए? हाँ, ये कत्ल करके वहाँ से फरार हो गया, भागा वहाँ से। कैसे इतला मिली फिर? तो बस हमें जब मौके पे पहुँचे तो लोगों ने बताया कि इधर को गया। हम तकरीबन 1 घंटे की कोशिश के बाद ना हमने इसको फौरी ही मतलब फौरी हमने विद नोट ले हमने CCTV की मदद से देखा कि वहाँ पे गली में कैमरा जाते, वहाँ से देखा, ह्यूमन सोर्सेज से पता किया हमने, इसका सारा पता कर तकरीबन 1 घंटे के एफर्ट के बाद हमने इसको अरेस्ट कर लिया। ठीक है, मुकदमा भी इसके खिलाफ फौरी तौर पर दर्ज हो चुका मुकदमा था। दर्ज हो चुका। अब मजीद इसे भरपूर सजा दिलवाने के लिए क्या इकदाम किए जा रहे हैं? जिसके लिए जो प्रोसिक्यूशन के मराहल हैं वो इंशाल्लाह पूरे करेंगे। देखिए, इसने एक इंसान का कत्ल, पूरी इंसानियत का कत्ल है। बिल्कुल ऐसी है। तो आपने दीगर में प्रोग्रामों में देखा, दूसरे मामलात में भी देखा कि मैंने हमेशा इंसानियत की भलाई की बात की है, इंसानियत की उसके बड़ेपन की बात की है। तो जो भी इंसान एक इंसान का कत्ल करता है, असल में वो सारी इंसानियत का कत्ल करता है। ऐसा ही है। ऐसा शख्स, ऐसा इंसान कहने के काबिल ही नहीं है। इस शख्स को ज़्यादा से ज़्यादा सख्त से सख्त सज़ा होनी चाहिए। इंशाल्लाह इस केस को बड़े अच्छे तरीके से, जिस तरह दूसरे केसेस को लेके चले थे, लोगों को सज़ाएँ करवाएंगे, इंशाल्लाह इस केस को भी लेके चलेंगे। अच्छा इसको प्रोसिक्यूट करेंगे, अच्छे तरीके से इसकी मिसल तैयार करवाएंगे ताकि इसको ज़्यादा से ज़्यादा सज़ा हो। देखें, इसके मसाइल थे इसकी बीवी के साथ, उन बच्चों का कोई कसूर नहीं, बच्चों का कोई गुनाह नहीं है, माँ का सहारा जिनके इसने मतलब 5 बच्चों को इसने मतलब बेसहारा कर दिया। दूसरी माँ कभी भी माँ नहीं बन सकती, दूसरा बाप कभी भी बाप नहीं बन सकता। बिल्कुल, ये दुनिया की हकीकतें हैं, ये रियलिटीज ऑफ लाइफ हैं जिनको हम इग्नोर नहीं कर सकते। सही। बादशाह साहब, इससे कोई मैसेज या पैगाम अखज़ होता है जो हमारी आवाम की भलाई के लिए हो? ऐसा कोई भी मैसेज आप देना चाहें इस वकूए से रिलेटेड? मैं यही कहना चाहूँगा कि कत्ल ही हल नहीं है। टेबल टॉक, वो कहते हैं कि 1 गुड हेड इज़ बेटर देन 100 स्ट्रॉन्ग हैंड्स। तो टेबल टॉक में बड़ी ताकत है, बड़ी पावर है। दुनिया में बड़ी बड़ी चीज़ें हुई जो टेबल टॉक से जीती गई हैं। ये हरगिज़ मतलब नहीं है कि आप एक इशू का कोई सलूशन ही आपको मिल रहा तो आप फौरी तौर पे गोली उठाएं और एक इंसान की कीमती जान को देखते चंद लम्हों में आप उसको ज़ाया कर दें। ये नहीं है। टेबल टॉक करनी चाहिए थी इसको अपने बड़ों को बिठाना चाहिए था, इसको सालसी के लिए बैठना चाहिए था, कोई ना कोई उसका सलूशन कोई का हल ज़रूर निकल आता। ठीक है ना, जो तकदीर जो किस्मत है वो तो उसकी लिखी इसी तरह थी, उसमें कोई डाउट नहीं है, कोई शक नहीं है। सही। लेकिन अल्लाह ताला ने इंसान को अकल और शऊर दिया है कि इसको बेहतर तरीके से हल किया जा सकता था। अगर इसकी वहाँ पे उसके साथ नहीं बन रही थी तो उसको उससे डिटैचमेंट कर लेता, अलहदा हो जाता उससे। शरीयत ने, इस्लाम ने हर चीज़ का तरीका कर दिया होगा, वो अडॉप्ट करना चाहिए, ना कि उसकी जान ले लेता। बहुत शुक्रिया बादशाह साहब, थैंक यू वेरी मच। नाजरीन, इस वक्त हमारे साथ सीनियर सहाफ़ी नुमाइंदा नियो न्यूज़ हारून यूसुफ साहब मौजूद हैं। उनकी ज़ुबानी जान लेते हैं ये कत्ल की वारदात के पीछे असल हक़ाइक़ हैं क्या, और इन्होंने किस तरह से इस ख़ास तौर पर कत्ल की रिपोर्टिंग की और बिल आखिर पुलिस ने मुलजिम भी गिरफ्तार कर लिए। बहुत शुक्रिया हारून साहब, आपने वक्त दिया। हारून साहब, पहले तो ये कि आजकल जो है वो बहुत ज़्यादा रुझान बढ़ता चला जा रहा है कि शौहर अपनी ही बीवियों को बेदर्दी के साथ कत्ल कर रहे हैं, तो ये भी इसी तरह का एक वाक़या है। किस तरह से आपने इस पर रिपोर्टिंग की, क्या इतलात अब तक मसूल हो चुकी हैं? जी, पहले तो ये बदकिस्मती है हमारे मुआशरे में इस तरह के जो वाक़यात हैं, कत्ल व गारत की जो लर्ज़ा खेज़ वारदातें हैं जिसमें ख़वातीन को बड़ी बेरहमी और बेदर्दी से कत्ल किया जाता है, वो भरी पड़ी हैं। इसमें जो मुलज़िम इफ्तिखार ने एक और इजाफ़ा कर दिया है। इसमें जो ये थाना सिटी का इलाका रहमान कॉलोनी है जहाँ ये एक लर्ज़ा खेज़ कत्ल की वारदात हुई है, जिसमें इफ्तिखार नामी मुलज़िम ने अपनी बीवी को कत्ल कर दिया और कत्ल बड़े सफ़ाकाना अंदाज में बड़ी बेरहमी से कत्ल किया। उस तरह के वार करके उसकी शाहरक काटी, उसके सर के बाल काटे, उसके मुख्तलिफ जिस्म के मुख्तलिफ अज़ा काटे। मतलब नफरत इसमें भरी पड़ी है, इस कत्ल की इसमें नफरत भरी पड़ी है। दूसरा, अब तक जो इस कत्ल के हालात वाक़यात हैं उससे ये पता चलता है कि एक तो ये कि जो मुलज़म है उसने दूसरी शादी की हुई थी और जो दोनों फैमिली थी वो एक ही घर में रह रही थी। अच्छा। एक तो कत्ल की ये वजह सामने आती, दूसरी मुलज़म के जो मुआशी हालात थे वो काफ़ी अबतर हो चुके थे। ये भी कत्ल की एक जो दूसरी और मेन जो है ना वजह सामने आई है अब तक की जो सूरत हाल है। इसमें यह है
कि पुलिस ने मुलजम को गिरफ्तार किया, जबकि दूसरी तरफ ये भी कहना है कि मुलजम ने खुद जो है ना वो गिरफ्तारी दी थी। अच्छा। मुलजम पुलिस का जो गिरफ्तार करने का दावा है वो गलत है। जो बाज रहे हैं वो ये भी कहते हैं कि मुलजम ने इस वारदात के तकरीबन 1 घंटे बाद खुद ही पुलिस को गिरफ्तारी दे दी थी। अच्छा, खुद ही दे दी थी। और इसके पीछे वजूहात क्या हैं? अब तक जो हमें पता लगा है, जो वालिदैन कहते हैं वो ये कहते हैं कि अक्सर औकात वो तशद्दुद का निशाना बनाता था अपनी बीवी को और मारता पीटता था और घर से बाहर निकालता था, क्योंकि 2 शादियां उसने कर रखी थी, दूसरी बीवी वहीं पे थी जो पहली थी, उसके बच्चे भी शादीशुदा थे। एक तो घरेलू नाचाकी आ जाती है इसमें। लेकिन जो पुलिस को मुलजिम बयान देता है वो गैरत का राग अलाप रहा है, तो क्या मालूमात अब तक मौसूल हो? जी, इसमें सलमान साहब जो वालिदैन का कहना बिल्कुल दुरुस्त है। मुलजम जो काफ़ी तशद्दुद करता था अपनी बीवी पे, लेकिन ये 1 साल कबल जो उसका तशद्दुद जो इजाफा हुआ है, जब ये एक ही जॉइंट फैमिली में इन्होंने रहना शुरू कर दिया, उससे पहले इनकी जो तशद्दुद की जो वाक़यात की इस तरह की कोई भी खबर सामने नहीं आई। अच्छा। लेकिन जब से ये जॉइंट फैमिली सिस्टम हो गया, उसकी दोनों बीवियाँ एक ही घर में रहना शुरू हो गई, उससे उसके बाद जो मुलजम ने अपनी बीवी पर ज़्यादा तशद्दुद करना शुरू कर दिया। और दूसरा, उसके जो माशी हालात इस कदर ख़राब हो चुके थे कि वो एक वक्त की रोटी भी अपने बच्चों को नहीं दे सकता था। सही है। तो वो गैरत वाला जो मामला है उसमें भी कोई, इसमें जो ये तो मज़ीद जो इन्वेस्टिगेशन होगी उसमें पता चलेगा। पुलिस का ये कहना है और पुलिस के इल्म में ये बात भी है कि इसमें जो मकतूला थी आरफी बीबी, उसका करैक्टर ठीक नहीं था। शायद मुलजम इफ्तिखार ने उस बिना पर गैरत में आकर उसको कत्ल किया। सही है। अभी इस पर तफ्तीश जारी, इस पर मज़ीद तफ्तीश जारी है। बहुत शुक्रिया, थैंक यू वेरी मच हारून साहब। नाजरीन, ये कत्ल की वारदात भी गैरत का शाखसाना निकली और 5 बच्चों की मां को उसी के शौहर ने बेदर्दी के साथ मौत के घाट उतार दिया। और नुकसान किसका हुआ? वो 5 बच्चे बेआसरा हो गए, जिनके पास से मां की ममता और बाप का साया छीन लिया गया। ये किसने छीना? उसी वालिद ने छीन लिया। लिहाजा ऐसा कोई भी कदम उठाने से पहले ये जरूर सोच लें कहीं आपके बच्चों का मुस्तकबिल तारीख ना हो जाए। अगर ऐसा कोई भी मामला हो तो अलहदगी इख्तियार कीजिए। खुददारा अपने बच्चों के बारे में जरूर सोच लीजिए। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।